ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਾਨ ਮੋਹ ਅਰ ਲੋਭ ਵਿਕਾਰਾ, ਬਿਓ ਚਿਤ ਨਾ ਕਲਿਓ। ਨਾਮ ਰਤਨ ਗੁਣਾ ਹਰ ਬਣਦੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ। ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰਖਿਓ ਗ੍ਰਹਿ ਭੀਤਰ, ਉਠੋ ਆਹੂ ਕੋ ਦੌਰਿਓ। ਆਗਿਆ ਮਹਿ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਪਇਓ ਕਿਰਪਾਲ ਠਾਕੁਰ ਸੇਵਕ ਕਉ, ਸਵਰੇ ਹਲਤ ਪਲਾਤਾ। ਧਨ ਨਾ ਸੇਵਕ ਸਫਲ ਆਇਆ, ਜਿਨ ਨਾਨਕ ਖਸਮ ਪਛਾਤਾ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੈ ਨਾਹੀ ਕੋਇ। ਕੈ ਜਾਣੈ ਆਪਨ ਧਨੀ, ਕੈ ਦਾਸ ਦੀਵਾਨੀ ਹੋਏ। ਕਬੀਰ ਭਲੀ ਭਈ ਜੋ ਭਉ ਪਰਿਆ, ਦਿਸਾ ਗਈ ਸਭ ਭੂਲ। ਓਰਾ ਗਰ ਪਾਨੀ ਪਿਆ, ਜਾਏ ਮਿਲਿਓ ਟਹਲ ਕੂਲ। ਓਰਾ ਗਰ ਪਾਨੀ ਪਿਆ, ਜਾਏ ਮਿਲਿਓ ਟਹਲ ਕੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤਸੰਗਤ ਰੂਪ ਵਿੱਚ ਜੁੜਨ ਦਾ, ਸਚਿਆਰ ਜੀਵਨ ਦੀ ਜੁਗਤ ਨੂੰ ਧਾਰਨ ਕਰਦਿਆਂ ਗੁਰ ਸ਼ਬਦ ਜੀ ਕਮਾਈ ਕਰਨ ਦਾ, ਆਪਣੇ ਮਨੁੱਖਾ ਜਨਮ ਦੇ ਦੁਰਲੱਭ ਅਵਸਰ ਨੂੰ ਨਾਮ ਧਨ ਦੀ ਬੰਦਗੀ ਦੀ ਰਾਸ ਸੰਚਿਤ ਕਰਕੇ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਗੁਰੂ ਕੀ ਹਜ਼ੂਰੀ ਦੇ ਅੰਤਰਗਤ ਜੁੜ ਬੈਠ ਕੇ ਕੀਰਤਨ ਰੂਪ ਵਿੱਚ ਮਾਨਣ ਦਾ ਨਿਰਮਲ ਯਤਨ ਕਰ ਰਹੇ ਸੀ ਜੀ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰਕੇ ਗੁਰੂ ਕੀ ਗਿਆਨਮਈ ਬਖਸ਼ਿਸ਼ ਨੂੰ ਮਾਨਣ ਦਾ ਸ਼ੁਭ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੈ ਨਾਹੀ ਕੋਇ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਇਸ ਤੋਂ ਪਹਿਲੇ ਸ਼ਲੋਕ ਦੇ ਅੰਤਰਗਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਹਰੇਕ ਵਸਤੂ ਨੂੰ ਸਾਧਣ ਦਾ, ਉਸ ਨੂੰ ਉਹਦੀ ਮੂਲ ਅਵਸਥਾ ਦੇ ਵਿੱਚ ਲਿਆਉਣ ਦਾ ਢੰਗ ਹੈ। ਜਿਵੇਂ ਸੋਨਾ ਪਹਿਲੇ ਪੱਧਰ 'ਤੇ ਜਦੋਂ ਪ੍ਰਾਪਤ ਹੁੰਦਾ ਹੈ ਤੇ ਉਹ ਕਾਲੇ ਰੰਗ ਦਾ ਹੁੰਦਾ ਹੈ, ਪਰ ਜਿਹੜੀ ਚਮਕ ਸਾਡੇ ਸਾਹਮਣੇ ਸੋਨੇ ਦੀ ਪ੍ਰਗਟ ਹੁੰਦੀ ਹੈ ਉਹ ਦੱਸਦੀ ਹੈ ਕਿ ਇਹਨੂੰ ਕਈ ਘਾਲਣ ਦੀਆਂ, ਸੋਧਣ ਦੀਆਂ, ਜਿਹੜੀ ਇਹਦੀ ਸ਼ਿੰਗਾਰਨ ਦੀ, ਇਹਦੀ ਸ਼ੁੱਧਤਾ ਪ੍ਰਗਟ ਕਰਨ ਦੀ ਕਈ ਵਿਧੀਆਂ ਪ੍ਰਸਥਿਤੀਆਂ 'ਚੋਂ ਗੁਜ਼ਰਦਾ ਹੈ ਅਤੇ ਫਿਰ ਜਾ ਕੇ ਜਿਹੜਾ 12 ਬੰਨੀ ਦਾ ਉਹ ਸ਼ੁੱਧ ਸੋਨਾ ਚਮਕਦਾਰ ਬਣਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਸੀਤਲ ਪਿਆ। ਜਦੋਂ ਮਨੁੱਖ ਨੂੰ ਗਿਆਨ ਦੀ ਗਹਿਰੀ ਸੂਝ ਪ੍ਰਾਪਤ ਹੋ ਜਾਂਦੀ ਹੈ ਅਤੇ ਉਹਦਾ ਜੀਵਨ ਆਮ ਮਨ ਦੇ ਤਲ 'ਤੇ ਜਿਉਣ ਦੀ ਬਜਾਏ ਇੱਕ ਗਿਆਨ ਦੇ ਵਿੱਚੋਂ ਉਹਦਾ ਜੀਵਨ, ਉਹਦਾ ਮਨ ਵਿਵਹਾਰ ਕਰਦਾ ਹੈ, ਤਾਂ ਉਹਦੇ ਮਨ ਦੀ ਹਰੇਕ ਕਿਰਿਆ ਸਾਦੀ ਹੁੰਦੀ ਹੈ। ਜਿਵੇਂ ਅਸੀਂ ਵਿੱਦਿਆ ਦਾ ਧਨ ਕਿਉਂ ਪ੍ਰਾਪਤ ਕਰਦੇ ਹਾਂ ਕਿ ਇਸ ਸੱਭਿਅਕ ਸਮਾਜ ਵਿੱਚ ਰਹਿਣਾ ਹੈ, ਇਹਦੇ ਜਿੰਨੇ ਮਾਪਦੰਡ ਨੇ, ਜਿੰਨੀ ਮਰਿਆਦਾ ਹੈ, ਜਿੰਨੇ ਜੀਵਨ ਦੇ ਉੱਠਣ ਬੈਠਣ ਦੇ ਨੈਤਿਕ ਅਸੂਲ ਨੇ, ਵਿਚਰਨ ਦੇ ਜਿਹੜੇ ਵਿਵਹਾਰ ਦੀਆਂ ਜੋ ਵੀ ਬਾਰੀਕੀਆਂ ਨੇ, ਉਹ ਸਾਨੂੰ ਸਮਝ ਆ ਜਾਣ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਬ੍ਰਹਮ ਸਰੂਪ ਦਾ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ, ਫਿਰ ਮਾਇਆ ਕਰਕੇ ਬਣਨ ਵਾਲਾ ਵਖਰੇਵਾਂ ਜਾਂ ਪਰਮੇਸ਼ਰ ਤੋਂ ਬਣਨ ਵਾਲੀ ਹਉਮੈ ਦੀ ਦੂਰੀ ਜਾਂ ਅਗਿਆਨ ਕਰਕੇ ਬਣਨ ਵਾਲਾ ਪਰਮੇਸ਼ਰ ਤੋਂ ਮਨਮੁਖਤਾ ਦਾ ਕਰਮ ਜਿਹੜਾ ਛੁੱਟ ਜਾਂਦਾ ਹੈ ਅਤੇ ਜਿਹੜਾ ਮਨੁੱਖ ਹੈ ਉਹ ਗੁਰੂ ਚਰਨਾਂ ਨਾਲ ਅਭੇਦ ਹੋ ਜਾਂਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੈ ਨਾਹੀ ਕੋਇ। ਹੁਣ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਅੰਤਰਗਤ ਪਿਛਲੇ ਸ਼ਲੋਕ ਨਾਲ ਸੰਬੰਧਿਤ ਹੀ ਵਿਸ਼ਾ ਪੂਰਨ ਵਿਚਾਰ ਸਾਡੇ ਸਨਮੁਖ ਬਖਸ਼ਿਸ਼ ਕਰ ਰਹੇ ਹਨ। ਕਬੀਰ ਸਾਰੀ ਸਿਰਜਨਹਾਰ ਕੀ। ਸਾਰੀ ਦਾ ਭਾਵ ਜਿਤਨੀ ਮਾਲਕ ਨੇ ਅਸੀਮ ਰਚਨਾ ਰਚੀ ਹੈ, ਜਿਹਦੇ ਵਿੱਚ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਮਹਾਗਰਦਿਸ਼ ਪ੍ਰਭੂ ਦੇ ਹੁਕਮ ਅਨੁਸਾਰ ਆਪਣੇ ਆਪ ਇੱਕ ਭੈ ਨੇਮ ਦੇ ਅੰਤਰਗਤ ਚੱਲ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਸਾਰੇ ਚੱਕਰ ਨੂੰ ਮਾਲਕ ਨੇ ਮਾਇਆ ਦੇ ਨਿਜ਼ਾਮ ਨਾਲ ਬੱਧਿਆ ਹੋਇਆ ਹੈ। ਅਤੇ ਸਿਰਜਣਹਾਰ ਕੀ, ਇਹ ਕੋਈ ਹੋਰ ਵੱਖਰੀ ਸ਼ੈ ਨਹੀਂ ਹੈ, ਇਹ ਸਿਰਜਣਹਾਰ ਨੇ ਨਾਲ ਹੀ ਪੈਦਾ ਕੀਤੀ ਹੈ ਜਗਤ ਰਚਨਾ ਦੇ। ਜਾਣੈ ਨਾਹੀ ਕੋਇ, ਕੋਈ ਦੂਜਾ ਇਹਦੇ ਬਾਰੇ ਨਹੀਂ ਜਾਣ ਸਕਦਾ। ਜਿੰਨੇ ਰਚੀ ਹੈ ਉਹੀ ਜਾਣਦਾ ਕਿ ਇਹਦਾ ਪਸਾਰਾ ਕਿੱਡਾ ਵੱਡਾ ਹੈ, ਇਹਦਾ ਪ੍ਰਭਾਵ ਕਿੰਨਾ ਬਲਸ਼ਾਲੀ ਹੈ।
ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਜਾਣੈ ਆਪਨ ਤਨੀ, ਜਾਂ ਤਾਂ ਪ੍ਰਭੂ ਮਾ ਜਾਣਦਾ ਆਪਣੀ ਅਸੀਮ ਮਾਇਆ ਬਾਰੇ, ਕਹਿ ਦਾਸ ਦੀਵਾਨੀ ਹੋਏ, ਜਾਂ ਫਿਰ ਕੁਝ ਉਹ ਨੇ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਮਗਨ ਹੋ ਗਏ ਅਤੇ ਪ੍ਰਭੂ ਸਰੂਪ ਦੀ ਅਭੇਦਤਾ ਨੂੰ ਉਹਨਾਂ ਨੇ ਸਭ ਢੰਗ ਨਾਲ ਪ੍ਰਾਪਤ ਕਰ ਲਿਆ ਅਤੇ ਮਾਇਆ ਦੇ ਸਾਰੇ ਖੇਲ ਨੂੰ ਜਾਣਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਅਨੁਭਵ ਦੇ ਨੁਕਤੇ ਤੋਂ ਵਿਚਾਰਨ ਦਾ, ਸਮਝਣ ਦਾ ਯਤਨ ਕਰੀਏ। ਸ਼ਾਇਦ ਆਪ ਜੀ ਨੂੰ ਗਿਆਤ ਹੋਵੇ ਕਿ ਸ੍ਰੀ ਕ੍ਰਿਸ਼ਨ ਜੀ ਦੇ ਸ਼ਬਦਾਂ ਦੇ ਵਿੱਚ ਜੋ ਉਹਨਾਂ ਦੇ ਮੱਧ ਭਗਵਤ 'ਚ ਵਾਕ ਆਉਂਦੇ ਨੇ, ਉਹਨਾਂ ਨੇ ਜਗਤ ਨੂੰ ਲੀਲਾ ਕਿਹਾ ਹੈ ਅਤੇ ਸਤਿਗੁਰੂ ਸਾਹਿਬ ਜੀ ਦੇ ਅੰਤਰਗਤ ਵੀ ਗੁਰੂ ਸਾਹਿਬਾਨਾਂ ਨੇ ਜਗਤ ਨੂੰ ਤਮਾਸ਼ਾ ਕਿਹਾ ਹੈ। ਬਾਹੋ ਵਾਹੋ ਕਾ ਵੱਡਾ ਤਮਾਸ਼ਾ, ਜਾਂ ਗੁਰੂ ਗੋਬਿੰਦ ਸਿੰਘ ਦੇ ਵਾਕ ਹਨ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਨੂੰ ਲੀਲਾ ਅਤੇ ਤਮਾਸ਼ਾ ਕਹਿਣ ਦੀ ਕੀ ਰਮਜ਼ ਹੈ? ਇਹਦਾ ਭਾਵ ਇਹ ਹੈ ਕਿ ਜਦੋਂ ਅਸੀਂ ਜਗਤ ਦੇ ਵਿੱਚ ਜਦੋਂ ਪ੍ਰਵੇਸ਼ ਪਾਉਂਦੇ ਹਾਂ, ਇੱਥੇ ਜਿਹੜਾ ਮਾਇਆ ਦਾ ਬਣਿਆ ਹੋਇਆ ਸਮੁੱਚਾ ਪਸਾਰ ਹੈ, ਜੇ ਤਾਂ ਇਹਨੂੰ ਅਸੀਂ ਆਪਣੇ ਇੱਕ ਨੁਕਤੇ ਤੋਂ ਦੇਖ ਕੇ ਹੰਢਾਈ ਜਾਈਏ ਤਾਂ ਫਿਰ ਇਹ ਸਾਨੂੰ ਬੁਰਾ ਪ੍ਰਤੀਤ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਮਨੁੱਖ ਇੱਕ ਨਿਜ਼ਾਮ ਨੂੰ ਹੀ ਆਪਣੇ ਸਨਮੁਖ ਰੱਖ ਲਏ ਕਿ ਜੇ ਮਾਲਕ ਸੁੱਖਾਂ ਦਾ ਦਾਤਾ ਹੈ, ਸੁੱਖ ਨਿਧ ਹੈ, ਤਾਂ ਉਹਦੇ ਪੈਦਾ ਕੀਤੇ ਹੋਏ ਜੀਵਾਂ ਦੇ ਵਿੱਚ ਰੋਗ ਜਾਂ ਦੁੱਖ ਕਿਉਂ ਨੇ? ਜਿਹੜੇ ਇਹਨੂੰ ਇਸ ਇਕਾਈ ਤੋਂ ਹੀ ਸਮਝੇ ਜਾਂਦੇ ਨੇ, ਉਹ ਫਿਰ ਮਾਲਕ ਦੀ ਮਾਇਆ ਦੇ ਪ੍ਰਤੀ ਜਾਂ ਉਹਦੇ ਜਗਤ ਦੇ ਰਚੇ ਹੋਏ ਨਿਜ਼ਾਮ ਪ੍ਰਤੀ ਸ਼ੰਕਾਗ੍ਰਸਤ ਹੋ ਜਾਂਦੇ ਨੇ, ਰੋਸ ਪੂਰਨ ਹੋ ਜਾਂਦੇ ਨੇ, ਸ਼ਿਕਾਇਤ ਦਾ ਭਾਵ ਉਹਨਾਂ ਦੇ ਮਨ ਅੰਦਰ ਬਣ ਆਉਂਦਾ ਹੈ। ਇਸ ਕਰਕੇ ਜਦੋਂ ਮਾਇਆ ਦੇ ਨਿਜ਼ਾਮ ਨੂੰ ਸਮਝਣਾ ਹੈ ਤਾਂ ਮਨੁੱਖ ਕੋਲੋਂ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਹੋਣਾ ਚਾਹੀਦਾ। ਇਹਨੂੰ ਬੈਲੈਂਸਡ ਅਸੀਂ ਇਨਸਾਈਟ ਕਹਿ ਸਕਦੇ ਕਿ ਮਨੁੱਖ ਨੂੰ, ਕਿਉਂਕਿ ਜੀਵਨ ਦੇ ਵਿੱਚ ਹੁਣ ਮਨੁੱਖ ਅਸੀਂ ਦਿਨ ਹੁੰਦਾ ਹੈ, ਦਿਨ ਦੇ ਵਿੱਚ ਚਾਨਣ ਹੈ, ਦਿਨ ਦੇ ਵਿੱਚ ਸਾਡਾ ਜੀਵਨ ਸਹਿਜ ਹੈ। ਰਾਤ ਹੋ ਜਾਂਦੀ, ਅਸੀਂ ਕਦੀ ਰਾਤ ਪ੍ਰਤੀ ਇਤਰਾਜ਼ ਨਹੀਂ ਕੀਤਾ ਕਿ ਰਾਤ ਕਿਉਂ ਹੋ ਗਈ, ਦਿਨ ਹੀ ਰਹਿਣਾ ਚਾਹੀਦਾ ਸੀ। ਉਦਾਹਰਨ ਦੇ ਤੌਰ 'ਤੇ ਰੁੱਤਾਂ ਦਾ ਸਿਲਸਿਲਾ ਚੱਲਦਾ ਹੈ। ਸਾਡੇ ਘਰ ਵਿੱਚ ਲੱਗਿਆ ਹੋਇਆ ਰੁੱਖ ਜਿਹੜਾ ਭਰਪੂਰ ਹੁੰਦਾ ਹੈ ਫੁੱਲ ਫਲ ਟਾਹਣੀਆਂ ਦੇ ਨਾਲ, ਪਤਝੜ ਦੇ ਵਿੱਚ ਉਹਦੇ ਪੱਤੇ ਫੁੱਲ ਫਲ ਸਾਰੇ ਰੁਖਸਤ ਹੋ ਜਾਂਦੇ ਨੇ ਤਾਂ ਉਹਦੀ ਹਾਲਤ ਨਿਤਾਣਿਆਂ ਵਰਗੀ ਬਣ ਜਾਂਦੀ ਹੈ। ਅਸੀਂ ਕਦੀ ਨਹੀਂ ਕਿਹਾ ਕਿ ਇਹ ਮਾਲਕ ਨੇ ਇਹਨੂੰ ਕਿਉਂ ਰੁੱਖਾਂ ਫਲਾਂ ਫੁੱਲਾਂ ਤੋਂ ਵਿਹੂਣ ਕਰ ਦਿੱਤਾ। ਇੰਝ ਹੀ ਜਦੋਂ ਧਰਤੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਨਾ, ਭੈ ਵਿੱਚ ਜਿਹੜਾ ਸਾਰੀ ਧਰਤ ਚੱਲ ਰਹੀ ਹੈ, ਭੈ ਦਾ ਅਰਥ ਡਰ ਨਹੀਂ, ਭੈ ਦਾ ਅਰਥ ਇੱਕ ਉੱਚਾ ਰੱਬੀ ਨੇਮ ਹੁਕਮ ਹੈ ਜਿਹੜਾ ਕਹਿਣਾ ਨਹੀਂ ਪੈ ਰਿਹਾ, ਆਪਣੇ ਆਪ ਹੀ ਉਹਦੇ ਵਿੱਚ ਸਾਰੀ ਰਚਨਾ ਚੱਲ ਰਹੀ, ਬਸ ਮਨੁੱਖ ਹੀ ਥੋੜ੍ਹਾ ਉਹਦੇ ਤੋਂ ਬਾਹਰ ਹੁੰਦਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਕੀ, ਸਾਰੀ ਰਚੀ ਹੋਈ ਜਗਤ ਦੀ ਮਾਇਆ ਪ੍ਰਭੂ ਦੀ ਆਪ। ਗੁਰਬਾਣੀ ਵਿੱਚ ਵਾਕ ਆਉਂਦਾ ਮਹਾ ਮਾਇਆ ਹੈ ਤਾਂ ਕੀ ਛਾਇਆ। ਹੁਣ ਦੋ ਦ੍ਰਿਸ਼ਟੀਕੋਣ ਨੇ, ਕੱਲ੍ਹ ਜ਼ਿਕਰ ਆਇਆ ਸੀ ਪਾਇਆ ਬ੍ਰਹਮ ਗਿਆਨ। ਜਦੋਂ ਗੁਰਬਾਣੀ ਦੇ ਨਾਲ ਹੁਣ ਇਹੀ ਇੱਕ ਸਾਡੇ ਜੀਵਨ ਦੀ ਅਧਿਆਤਮਿਕਤਾ ਦੀ ਉਚਾਈ ਹੈ ਕਿ ਜਿੰਨਾ ਚਿਰ ਅਸੀਂ ਬਾਣੀ ਦੀ ਗਹਿਨ ਵਿਚਾਰ ਨਾਲ ਨਹੀਂ ਜੁੜਦੇ, ਗੁਰੂ ਸ਼ਬਦ ਦੀ ਵਿਚਾਰ ਦੀ ਬਹੁਤ ਵੱਡੀ ਕਮਾਈ ਨਹੀਂ ਕਰਦੇ, ਉਹਨਾਂ ਚਿਰ ਸਾਡਾ ਗੁਰਮੁਖੀ ਜੀਵਨ ਨਹੀਂ ਬਣ ਸਕਦਾ। ਕਿਉਂਕਿ ਮਾਇਆ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਭਰਮਾਉਂਦੀ ਰਹੇਗੀ। ਇਸ ਕਰਕੇ ਮੈਂ ਦੋ ਤਿੰਨ ਨੁਕਤੇ ਆਪਦੇ ਸਨਮੁਖ ਰੱਖਦੇ ਹਾਂ। ਸਭ ਤੋਂ ਪਹਿਲਾਂ ਮਾਇਆ ਦਾ ਅਰਥ ਹੁੰਦਾ, ਸਿਆਣਿਆਂ ਨੇ ਜਾਂ ਵਿਦਵਾਨ ਕੋਸ਼ਕਾਰਾਂ ਨੇ ਇਹਦੇ ਅਰਥ ਭਰਮ ਕੀਤੇ ਹਨ ਕਿ ਹੈ ਨਹੀਂ ਪਰ ਪ੍ਰਤੀਤ ਜਾਪਦੀ। ਅਤੇ ਇਹਦੇ ਲਈ ਉਹ ਉਦਾਹਰਣ ਦਿੰਦੇ ਨੇ ਕਿ ਰਸਤੇ ਵਿੱਚ ਹਨੇਰੇ ਵਿੱਚ ਮਨੁੱਖ ਜਾ ਰਿਹਾ ਹੋਵੇ, ਕੋਈ ਟੇਢੇ ਮੇਢੇ ਢੰਗ ਦੇ ਨਾਲ ਰੱਸੀ ਪਈ ਹੋਵੇ ਨਾ, ਤਾਂ ਮਨੁੱਖ ਨੂੰ ਸੱਪ ਭਾਸਦੀ ਹੈ, ਲੱਗਦਾ ਸੱਪ ਹੈ, ਪਰ ਵਾਸਤਵ ਦੇ ਵਿੱਚ ਅਸਲ ਵਿੱਚ ਉਹ ਸੱਪ ਹੁੰਦੀ ਨਹੀਂ। ਹੁਣ ਇਹੀ ਮਾਇਆ ਦਾ ਸੁਭਾਅ ਹੈ ਕਿ ਜਦੋਂ ਮਨੁੱਖ ਇਹਦੇ ਸੰਪਰਕ ਵਿੱਚ ਆਉਂਦਾ ਹੈ, ਸੰਪਰਕ ਵਿੱਚ ਆ ਕੇ ਲੱਗਦਾ ਠੀਕ ਹੈ, ਹੁਣ ਇੱਥੇ ਕੋਈ ਨੁਕਸ ਨਹੀਂ ਹੈ, ਇੱਥੇ ਬੰਦੇ ਦਾ ਆਪਣੇ ਆਪ ਦਾ ਨੁਕਸ ਹੈ ਕਿ ਮਨੁੱਖ ਉਸ ਚੀਜ਼ ਦੇ ਬੋਧ ਨੂੰ ਆਪਣੇ ਸੱਚ ਨਾਲ ਨਹੀਂ ਪਰਖਦਾ। ਉਹਦਾ ਜਿਹੜਾ ਪਹਿਲਾ ਪ੍ਰਭਾਵ ਪਿਆ ਹੈ ਉਹਨੂੰ ਹੀ ਗ੍ਰਹਿਣ ਕਰ ਲੈਂਦਾ ਅਤੇ ਫਿਰ ਸਾਰੀ ਜ਼ਿੰਦਗੀ ਉਹਦੇ ਅਧੀਨ ਰਹਿੰਦਾ ਹੈ। ਜਿਵੇਂ ਇਸ ਜਗਤ ਦੇ ਵਿੱਚ ਜੀਵਨ ਦਾ ਸੱਚ ਕੀ ਸੀ ਕਿ ਜੀਵਨ ਅੱਜ ਪੈਦਾ ਹੋ ਗਿਆ ਅਤੇ ਅੱਜ ਹੀ ਇਹ ਸਮਾਪਤੀ ਵੱਲ ਵਧਣਾ ਸ਼ੁਰੂ ਹੋ ਗਿਆ। ਇਸ ਸੱਚ ਤੋਂ ਭੁਲੇਖਾ ਪੈ ਗਿਆ। ਇਸ ਸੱਚ 'ਤੇ ਭੁਲੇਖਾ ਕਿਹਨੇ ਪਾ ਦਿੱਤਾ ਕਿ ਆਪਣੇ ਤੋਂ ਵੱਡੇ ਆਜੂ ਵਾਲੇ ਆਲੇ ਦੁਆਲੇ 'ਚ ਦੇਖ ਰਿਹਾ ਅਤੇ ਉਮਰ ਦਾ ਇੱਕ ਭਰਮ ਪੈ ਗਿਆ ਕਿ ਸ਼ਾਇਦ ਮੈਂ ਸਦੀਵ ਰਹਾਂਗਾ।
ਇਸ ਭਰਮ ਦੇ ਵਿੱਚ ਸੱਚ ਨੂੰ ਵਿਸਾਰ ਛੱਡਿਆ ਅਤੇ ਜੀਵਨ ਨੂੰ ਕਿਸੇ ਹੋਰ ਢੰਗ ਨਾਲ ਜਿਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਮਾਇਆ ਦਾ ਪਹਿਲਾ ਅਰਥ ਹੈ ਭਰਮ, ਕਿ ਭਰਮ ਪਾ ਦਿੰਦੀ ਹੈ ਅਤੇ ਮਨੁੱਖ ਕੋ ਜਿਹੜਾ ਉਹਦਾ ਗਿਆਨ ਦਾ ਜਾਂ ਸੱਚ ਦਾ ਕਰਮ ਹੈ ਉਹਦੇ ਤੋਂ ਉਹਨੂੰ ਛੁਟਕਾ ਦਿੰਦੀ ਹੈ ਅਤੇ ਮਨੁੱਖ ਫਿਰ ਭਰਮ ਦੇ ਵਿੱਚ ਹੀ ਚੱਲਦਾ ਰਹਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਤਾਂ ਕਰਕੇ ਉੱਥੇ ਭਰਮ ਦੀ ਇੱਕ ਵਿਆਖਿਆ ਹੁੰਦੀ ਹੈ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਕਿ ਭਰਮ ਦੇ ਵਿੱਚ ਹੈ ਕਿ ਜਿਹੜੀ ਕ੍ਰੀਏਸ਼ਨ ਧਰਤੀ 'ਤੇ ਉਤਰੀ ਹੈ ਇਹ ਕਾਲ ਦੀ ਲਿਮਟ ਵਿੱਚ ਉਤਰੀ ਹੋਈ ਹੈ ਅਤੇ ਕਾਲ ਦੀ ਲਿਮਟ ਇਹਨੂੰ ਹੌਲੀ ਹੌਲੀ ਜਰਾ ਕਰ ਦੇਗੀ ਅਤੇ ਫਿਰ ਆਪਣੇ ਵਿੱਚ ਸਮਾ ਲਏਗੀ। ਪਰ ਭਰਮ ਦੇ ਅੱਗੇ ਮਾਇਆ ਦੀ ਮਮਤਾ ਰੂਪ ਕਰਕੇ ਉਹਨੂੰ ਇੰਝ ਕਿਹਾ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਰੀ ਸਿਰਜਣਹਾਰ, ਕਿਸ ਕਰਕੇ ਮਾਇਆ ਦਾ ਪਹਿਲਾ ਅਰਥ ਕਿ ਜਿਹੜੀ ਭਰਮ ਰੂਪ ਹੈ। ਦੂਜਾ ਹੈ ਇਹਨੂੰ ਛਲ ਵੀ ਕਿਹਾ ਜਾਂਦਾ, ਕਪਟ ਵੀ ਕਿਹਾ ਜਾਂਦਾ, ਅਵਿਦਿਆ ਵੀ ਕਿਹਾ ਜਾਂਦਾ, ਇਹਦੇ ਸਾਰੇ ਰੂਪ ਨੇ। ਇਸ ਕਰਕੇ ਗੁਰਬਾਣੀ ਵਿੱਚ ਆਉਂਦਾ ਮਾਇਆ ਵਿਆਪਤ ਬਹੁ ਪ੍ਰਕਾਰੀ। ਅੱਜ ਦੇ ਸ਼ਲੋਕ 'ਚ ਇੱਕ ਰਮਜ ਬੜੀ ਕਮਾਲ ਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਣੈ ਨਾਹੀਂ ਕੋਇ, ਕਿ ਸਿਰਜਣਹਾਰ ਜਾਣਦਾ। ਹੁਣ ਮਾਇਆ ਇੱਕ ਹੋਰ ਪੱਖ ਤੋਂ ਅਸੀਂ ਸਮਝ ਸਕਦੇ ਹਾਂ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਸਾਰੇ ਅਕਸਰ ਪੜ੍ਹਦੇ ਹਨ, ਸਤਿਗੁਰੂ ਕੀ ਪਾਵਨ ਰਚਨਾ, ਉਹਦੇ ਵਿੱਚ ਆਉਂਦਾ ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਹੁਣ ਮਾਇਆ ਕੀ ਅਸਲ 'ਚ ਇੱਕ ਹੋਰ ਵੀ ਆਪ ਦੇ ਸਨਮੁਖ ਅਰਜ਼ ਕਰਦਿਆਂ ਮੈਂ ਕਈ ਵਾਰੀ ਆਮ ਗੱਲਬਾਤ ਕਰਦਿਆਂ ਸੁਣਦਾ ਹਾਂ, ਜਿਹੜੇ ਰੋਜ਼ਾਨਾ ਦੇ ਵਿਚਾਰਵਾਨ ਸਤਸੰਗੀ ਨੇ ਉਹਨਾਂ ਨੂੰ ਵੀ ਸੁਣਦਾ ਹਾਂ। ਉਹ ਆਮ ਗੱਲਬਾਤ ਦੇ ਵਿੱਚ ਮਾਇਆ ਦੇ ਅਕਹਿਰੇ ਅਰਥ ਵਰਤਦੇ ਹਨ, ਲੀਨੀਅਰ ਮੀਨਿੰਗ ਵਰਤਦੇ ਹਨ। ਮਾਇਆ ਦਾ ਅਕਹਿਰਾ ਅਰਥ ਕਿਵੇਂ ਆ? ਉਹ ਪੈਸੇ ਨੂੰ ਹੀ ਮਾਇਆ ਕਹਿੰਦੇ ਨੇ। ਦੂਜੀ ਬਾਕੀ ਮਾਇਆ ਦੇ ਆਸਪੈਕਟ ਨੂੰ ਸੁਣਦੇ ਵੀ ਨੇ, ਸਮਝਦੇ ਨੇ ਵੀ, ਪਰ ਆਪਣੀ ਆਮ ਗੱਲਬਾਤ 'ਚ ਉਹਦਾ ਉਸ ਤਰ੍ਹਾਂ ਜ਼ਿਕਰ ਨਹੀਂ ਰੱਖਦੇ। ਇਸ ਕਰਕੇ ਮਾਇਆ ਸ਼ਬਦ ਛੋਟਾ ਨਹੀਂ, ਉਹਦਾ ਸਥੂਲ ਰੂਪ ਹੈ ਜਿਹੜਾ ਪੈਸਾ ਜਾਂ ਜਾਇਦਾਦ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਹੁਣ ਭਰਮ ਕਿਵੇਂ ਪੈਦਾ ਹੋਇਆ ਕਿ ਰੁੱਖ ਹੈ, ਗੁਰੂ ਸਾਹਿਬ ਜੀ ਕਹਿੰਦੇ ਹੁਣ ਸੂਰਜ ਚੜ੍ਹਿਆ, ਉਂਝ ਰੁੱਖ ਦਾ ਕੋਈ ਪਰਛਾਵਾਂ ਨਹੀਂ ਹੈ। ਪ੍ਰਕਾਸ਼ ਪੈਦਾ ਹੋਇਆ, ਪ੍ਰਕਾਸ਼ ਦੇ ਨਾਲ ਉਹਦਾ ਪਰਛਾਵਾਂ ਬਣਿਆ ਅਤੇ ਹੁਣ ਮਨੁੱਖ ਛਾਂ ਵਿੱਚ ਬੈਠਣਾ ਸੀ। ਜਦੋਂ ਸਵੇਰ ਦਫਾ ਸੂਰਜ ਉਦੈ ਹੋਇਆ ਤਾਂ ਜਿਹੜਾ ਰੁੱਖ ਦਾ ਪਰਛਾਵਾਂ ਥੋੜ੍ਹਾ ਦੂਰੀ 'ਤੇ ਹੋਏਗਾ, ਉੱਥੇ ਬੈਠ ਗਿਆ ਅਤੇ ਮੰਨਿਆ ਕਿਉਂਕਿ ਇੱਥੇ ਠੰਡਕ ਆ ਰਹੀ, ਉੱਥੇ ਬੈਠ ਗਿਆ। ਹੌਲੀ ਹੌਲੀ ਸੂਰਜ ਦੀ ਗਰਦਸ਼ ਦੁਪਹਿਰ ਤੱਕ ਆ ਗਈ ਅਤੇ ਰੁੱਖ ਦਾ ਪਰਛਾਵਾਂ ਹੇਠਾਂ ਆ ਗਿਆ, ਬਿਲਕੁਲ ਉਹਦੇ ਕੇਂਦਰ 'ਤੇ। ਉੱਥੇ ਆ ਕੇ ਬੈਠ ਗਿਆ, ਉੱਥੇ ਬੈਠਾ ਰਿਹਾ ਕਿ ਹੁਣ ਨਹੀਂ ਹਿੱਲੇਗਾ ਕਿਉਂਕਿ ਸੈਂਟਰ 'ਤੇ ਆ ਗਿਆ। ਸ਼ਾਮ ਨੂੰ ਸੂਰਜ ਫਿਰ ਗਿਆ ਅਤੇ ਫਿਰ ਜਿਹੜਾ ਹੈ ਪਰਛਾਵਾਂ ਰੁੱਖ ਦੀ ਛਾਂ ਦੂਸਰੀ ਤਰਫ ਚਲੀ ਗਈ ਥੋੜ੍ਹੀ ਜਿਹੀ, ਫਿਰ ਦੁਖੀ ਹੋਇਆ। ਤਾਂ ਭਗਤ ਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਵਾਸਤਵ ਦੇ ਵਿੱਚ ਤੇਰੇ ਦੁਖੀ ਹੋਣ ਦਾ ਕਾਰਨ ਤੂੰ ਆਪ ਹੈ, ਕਿਉਂਕਿ ਤੂੰ ਭਰਮ ਵਿੱਚ ਹੈ। ਤੈਨੂੰ ਪਤਾ ਹੈ ਕਿ ਜਦੋਂ ਸੂਰਜ ਦੀ ਗਰਦਸ਼ ਥਿਰ ਰਹਿਣ ਵਾਲੀ ਨਹੀਂ ਹੈ ਅਤੇ ਜਿਹੜਾ ਰੁੱਖ ਦਾ ਪਰਛਾਵਾਂ ਜੋ ਉਹਦੀ ਛਾਂ ਕਿੱਥੇ ਥਿਰ ਰਹਿ ਜਾਏਗੀ। ਇਸੇ ਤਰ੍ਹਾਂ ਤੇਰਾ ਜਿਹੜਾ ਜੀਵਨ ਕਾਲ ਦੀ ਮਾਰ ਹੇਠ ਬਣਿਆ ਹੈ, ਉਹਦੇ ਵਿੱਚ ਕੋਈ ਅਵਸਥਾ ਥਿਰ ਨਹੀਂ ਰਹਿਣ ਵਾਲੀ ਅਤੇ ਤੂੰ ਆਪਣੇ ਜੀਵਨ ਦੀ ਹਰੇਕ ਅਵਸਥਾ ਨੂੰ ਪਿਆਰ ਵੀ ਪਾ ਲੈਂਦਾ, ਉਹਦੇ ਮੋਹ ਵਿੱਚ ਵੀ ਹੁੰਦਾ ਹੈ ਅਤੇ ਉਹਦੀ ਸੀਮਤਾ ਨੂੰ ਵੀ ਹੰਡਾਉਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਦਾ ਦੂਜਾ ਪੱਖ ਕਿ ਜਦੋਂ ਮਨੁੱਖ ਸੱਚ ਤੋਂ ਅਣਜਾਣ ਹੋ ਜਾਂਦਾ ਹੈ ਅਤੇ ਉਹ ਫਿਰ ਆਪਣੇ ਜੀਵਨ ਦੀਆਂ ਅਵਸਥਾਵਾਂ ਨਾਲ ਗੁਜ਼ਰਦਾ ਹੈ। ਕੋਈ ਵੀ ਜਵਾਨੀ ਦੇ ਜੋਸ਼ ਨੂੰ ਨਹੀਂ ਛੱਡਣਾ ਚਾਹੁੰਦਾ, ਇਸ ਕਰਕੇ ਬਚਪਨ ਨੂੰ ਨਹੀਂ ਛੱਡਣਾ ਚਾਹੁੰਦਾ। ਹਰੇਕ ਅਵਸਥਾ 'ਤੇ ਬੁਢਾਪਾ ਵੀ ਨਹੀਂ ਮਨੁੱਖ ਛੱਡਣਾ ਚਾਹੁੰਦਾ। ਉਹ ਕਹਿੰਦਾ ਮੌਤ ਥੋੜ੍ਹੀ 10-15 ਸਾਲ ਹੋਰ ਦੂਰ ਹੋ ਜਾਏ, ਭਾਵੇਂ ਬੁਢਾਪਾ ਹੀ ਸੀ, ਪਰ ਛੱਡਣਾ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੀ ਸਾਰੀ ਸਿਰਜਣਹਾਰ ਕੀ ਰਚੀ ਹੋਈ ਮਾਇਆ, ਇਹ ਬੜੀ ਕਮਾਲ ਦੀ। ਇੱਕ ਨਾ ਗੁਰਬਾਣੀ 'ਚ ਵਾਕ ਹੁੰਦਾ, ਅਸੀਂ ਨਾ ਵਿਸਮਾਦ ਸ਼ਬਦ ਪੜ੍ਹਦੇ ਹਾਂ, ਤਾਂ ਮੈਂ ਇੱਕ ਦਫਾ ਸੁਭਾਵਕ ਬਾਣੀ ਪੜ੍ਹਦਿਆਂ ਖਿਆਲ ਆਇਆ, ਗੁਰਬਾਣੀ 'ਚ ਵਾਕ ਆਉਂਦਾ ਮਨ ਸੋਇਆ ਮਾਇਆ ਬਿਸਮਾਦ। ਕਹਿੰਦੇ ਮਨ ਨੂੰ ਮਾਇਆ ਦੇ ਰਸ-ਕਸ ਵਿੱਚ ਸੁੱਤੇ ਹੋਣ ਦਾ ਇੱਕ ਵੱਖਰਾ ਹੀ ਸਵਾਦ ਹੈ। ਵਿਸਮਾਦ ਕਹਿੰਦੇ ਦੇਖੋ ਮਨ ਸੋਇਆ ਮਾਇਆ ਬਿਸਮਾਦ। ਇਹਨੂੰ ਸਰਲ ਕਹਿਣਾ ਹੋਵੇ ਕਿ ਮਨੁੱਖ ਜੀਵਨ ਦੀਆਂ ਤਮਾਮ ਸੱਚ ਹਕੀਕਤਾਂ ਰੋਜ਼ ਆਪਣੀ ਅੱਖਾਂ ਨਾਲ ਦੇਖਦਾ, ਰੋਜ਼। ਇੱਕ ਬਿਨਸ ਹੈ, ਇੱਕ ਅਸਥਰ ਮਨ ਹੈ, ਇਹ ਰੋਜ਼ ਦੇਖਦਾ ਹੈ। ਪਰ ਫਿਰ ਵੀ ਇਹ ਦੇਖਣ ਨੂੰ, ਇਹਨੂੰ ਹੰਡਾਉਣ ਤੋਂ ਬਾਅਦ ਵੀ ਮਨੁੱਖ ਦਾ ਮਨ, ਉਹਦਾ ਜੀਵਨ, ਉਹਦੇ ਜੀਵਨ ਦੀ ਤਰਜ਼, ਉਹਦੇ ਸੁਭਾਅ, ਉਹਦਾ ਵਿਵਹਾਰ ਉਸ ਚੀਜ਼ ਨਾਲ ਕਦੀ ਵੀ ਇੱਕ ਸੁਰ ਨਹੀਂ ਹੁੰਦਾ। ਉਹਦੇ ਅੰਦਰ ਇੱਕ ਜਿਹੜੀ ਉੱਚ ਕਿਸਮ ਦੀ ਉਦਾਸੀ ਬਣਨੀ ਹੈ, ਉਹ ਉਦਾਸੀ ਨਿਰਾਸ਼ਾ ਵਾਲੀ ਨਹੀਂ। ਉਸ ਉਦਾਸੀ ਦਾ ਭਾਵ ਕੰਸਟਰਕਟਿਵ ਸੈਡਨੈਸ। ਕੰਸਟਰਕਟਿਵ ਸੈਡਨੈਸ ਦਾ ਮਤਲਬ ਹੁੰਦਾ ਹੈ ਕਿ ਆਪਣੇ ਸੱਚ ਨੂੰ ਦ੍ਰਿੜ ਕਰਨ ਦੇ ਲਈ ਤੁਹਾਨੂੰ ਉਸ ਚੀਜ਼ ਦਾ ਸਹਾਰਾ ਲੈਣਾ ਹੀ ਪਏਗਾ।
ਜਿਵੇਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਉਦਾਸੀ ਦਾ ਸ਼ਬਦ ਹੁੰਦਾ ਉਦ ਆਸੀਨ, ਕਿ ਵਸਤ ਤੋਂ ਥੋੜ੍ਹਾ ਦੂਰ ਹੋ ਕੇ ਬੈਠਣਾ। ਧਨ ਦੀ ਪ੍ਰਤੀਤ ਹੈ, ਪ੍ਰਸਿੱਧੀ ਦੀ ਪ੍ਰਤੀਤ ਹੈ, ਬਹੁਤ ਜ਼ਿਆਦਾ ਹੈ, ਪਰ ਇਸ ਸਾਰੇ ਨੂੰ ਮਾਣਦਿਆਂ ਹੋਇਆਂ ਆਪਣੇ ਅੰਤਰ ਜੀਵਨ ਦੇ ਵਿੱਚ ਇਸ ਸਾਰੇ ਤੋਂ ਅਲੇਪ ਰਹਿਣਾ, ਇਹਨੂੰ ਉਦਾਸੀ ਕਿਹਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਕਬੀਰ ਸਾਰੀ ਸਿਰਜਣਹਾਰ ਕੀ ਹੈ, ਉਸ ਮਾਇਆ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਕੰਸਟਰਕਟਿਵ ਕਿਸਮ ਦੀ ਸੈਡਨੈਸ ਵਿੱਚ ਰਹਿ ਕੇ ਅਤੇ ਫਿਰ ਮਾਇਆ ਦੇ ਸਾਰੇ ਪ੍ਰਭਾਵ ਨੂੰ ਡੀਲ ਕਰੇ, ਤਾਂ ਫਿਰ ਉਹਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਇਹ ਕਿਸ ਕਿਸ ਢੰਗ ਨਾਲ ਪਹੁੰਚਦੀ ਹੈ। ਇਸ ਕਰਕੇ ਭਗਤ ਗੁਰਬਾਣੀ 'ਚ ਵਾਕ ਆਉਂਦਾ, ਤ੍ਰਿਸ਼ਨਾ ਬੰਦ ਪਸੋਣੀ ਸੁਤ ਬੰਨਿਆ ਕਰਨਾਰ, ਧਨ ਜੋਬਨ ਜਗ ਠਾਗਿਆ ਲਵ ਬੁਰਾ ਅਹੰਕਾਰ, ਕਿ ਇਹ ਬੜੇ ਪ੍ਰਕਾਰ ਕਰਕੇ ਮਨੁੱਖ ਨੂੰ ਪਾਉਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿਰਜਣਹਾਰ ਕੀ, ਇਸ ਕਰਕੇ ਸਿਰਜਣਹਾਰ ਦੀ ਇਸ ਕਰਕੇ ਕਿਉਂਕਿ ਭਾਰਤ ਦੇ ਵਿੱਚ ਧਾਰਮਿਕ ਤੌਰ 'ਤੇ ਇੱਕ ਐਸਾ ਮਤ ਵੀ ਪੈਦਾ ਹੋਇਆ ਜਿਨ੍ਹਾਂ ਨੇ ਮਾਇਆ ਨੂੰ ਪ੍ਰਭੂ ਤੋਂ ਵੱਖਰਾ ਮੰਨਿਆ ਅਤੇ ਮਾਇਆ ਨੂੰ ਪ੍ਰਭੂ ਤੋਂ ਵੱਖਰਾ ਮੰਨ ਕੇ ਇਹਦੇ ਨਿਸ਼ੇਧ ਉੱਪਰ ਜ਼ੋਰ ਦਿੱਤਾ। ਉਹਨਾਂ ਨੇ ਇੱਥੋਂ ਤੱਕ ਉਹਨਾਂ ਦਾ ਵਿਚਾਰ ਚਲਿਆ ਗਿਆ, ਸਾਨੂੰ ਗੁਰੂ ਸਾਹਿਬ ਜੀ ਨੇ ਜੀਵਨ ਦੀ ਜੁਗਤ ਮਾਇਆ ਤੋਂ ਅਲੇਪ ਰਹਿਣ ਦੀ ਦਿੱਤੀ ਹੈ, ਮਾਇਆ ਨੂੰ ਤਿਆਗਣ ਦੀ ਨਹੀਂ। ਉਹਨਾਂ ਨੇ ਇੱਥੋਂ ਤੱਕ ਤਿਆਗ ਕਰ ਦਿੱਤਾ ਕਿ ਇਸਤਰੀ ਸਭ ਤੋਂ ਵੱਡੀ ਮਾਇਆ ਦੀ ਨਿਸ਼ਾਨ ਹੈ, ਭਾਵ ਕਿ ਸਿੰਬਲ ਹੈ, ਇਸ ਕਰਕੇ ਇਸਤਰੀ ਹੀ ਛੱਡ ਦਿਓ। ਉਹਨਾਂ ਨੇ ਸਭ ਤੋਂ ਪਹਿਲਾਂ ਇਸ ਕਰਕੇ ਬਹੁਤ ਜਗ੍ਹਾ ਗੁਰਬਾਣੀ 'ਚ ਵੀ ਐਸਾ ਜ਼ਿਕਰ ਆਉਂਦਾ, ਇਸ ਕਰਕੇ ਉਹਨਾਂ ਨੇ ਕਾਮਣ ਸ਼ਬਦ ਬਣਾਇਆ ਇਸਤਰੀ ਦੇ ਲਈ, ਕਿ ਜਿਹੜੀ ਕਾਮ ਦੀ ਸਾਰੀ ਭਾਵਨਾ ਨੂੰ ਸਮੂਹਤ ਸੰਚਾਰਿਤ ਜਿਹੜੀ ਕਰਦੀ ਹੈ ਉਹ ਇਸਤਰੀ ਦਾ ਰੂਪ ਕਰਦਾ। ਇਸ ਕਰਕੇ ਇਹਦਾ ਨਿਸ਼ੇਧ ਕਰ ਦਿਓ, ਇਹਨੂੰ ਪੂਰਾ ਦੂਰ ਕਰ ਦਿਓ। ਅਤੇ ਇੱਥੋਂ ਤੱਕ ਵੀ ਵਾਕ ਕਹੇ ਗਏ ਕਿ ਜੇ ਕਾਗਜ਼ ਦੀ ਹੋਵੇ ਤਾਂ ਵੀ ਨਾ ਉਹਦੇ ਨੇੜੇ ਜਾਓ। ਇਸ ਤਰ੍ਹਾਂ ਦੇ ਵਾਕ ਵੀ ਆਪ ਜੀ ਨੇ ਸੁਣੇ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਮੱਸਿਆ ਇੱਥੇ ਹੈ ਕਿ ਤੂੰ ਉਹਦੇ ਇੱਕ ਰੂਪ ਨੂੰ ਸਮਝਿਆ, ਉਹਦਾ ਇੱਕ ਰੂਪ ਸਮਝਿਆ। ਜਿਵੇਂ ਆਰੰਭ ਵਿੱਚ ਗੱਲ ਹੋਈ ਸੀ ਕਿ ਅਸੀਂ ਜਦੋਂ ਮਾਇਆ ਦੇ ਇੱਕ ਰੂਪ ਨੂੰ ਦੇਖ ਲੈਂਦੇ ਹਾਂ, ਫਿਰ ਅਸੀਂ ਮਾਲਕ ਦੇ ਨਿਜ਼ਾਮ ਪ੍ਰਤੀ ਸ਼ੰਕੇ ਕਰਦੇ ਹਾਂ। ਜੀ ਇੱਕ ਨੂੰ ਕਰੋੜ ਨਾਲ ਭਰ ਦਿੱਤਾ, ਇੱਕ ਕੋ ਖਾਣ ਦੀ ਥੋੜ੍ਹੀ ਉਹਦੇ ਭੋਜਨ ਦੀ ਲੋੜ ਵੀ ਨਹੀਂ ਪੂਰੀ ਹੋ ਰਹੀ, ਇੱਕ ਬੜਾ ਸਿਆਣਾ ਬਣਾ ਦਿੱਤਾ, ਇੱਕ ਬੜਾ ਮੂਰਖ ਹੈ। ਇਹ ਜਦੋਂ ਅਸੀਂ ਜਗਤ ਨੂੰ ਦੇਖਦੇ, ਜੇ ਇਹਨੂੰ ਮਾਇਆ ਦੇ ਨੁਕਤੇ ਤੋਂ, ਮਾਲਕ ਦੇ ਨਿਜ਼ਾਮ ਦੇ ਨੁਕਤੇ ਤੋਂ ਦੇਖਾਂਗੇ ਤਾਂ ਸਾਡਾ ਕਦੀ ਸ਼ੰਕਾ ਨਹੀਂ ਬਣੇਗਾ, ਕਦੀ ਅਸੀਂ ਮਾਲਕ ਦੇ ਸਾਰੇ ਰਚੇ ਮਹਾਂਪ੍ਰਬੰਧ ਵਿੱਚ ਆਪਣੀ ਛੋਟੀ ਅਕਲ ਦਾ ਦਖਲ ਦੇ ਕੇ ਉਹਨੂੰ ਗਲਤ ਨਹੀਂ ਕਹਾਂਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਗਈ। ਕਹਿੰਦੇ ਹੁਣ ਇਹਦਾ ਕੌਤਕ ਦੇਖੋ। ਇਹਦਾ ਮੈਂ 2-3 ਨੁਕਤੇ ਸ਼ਾਇਦ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂ ਤਾਂ ਕਿ ਥੋੜ੍ਹਾ ਸਮਝ ਆ ਜਾਏ ਕਿ ਮਾਇਆ ਦਾ ਖੇਲ ਧਰਤੀ 'ਤੇ ਚੱਲਦਾ ਕਿਵੇਂ ਹੈ। ਪਹਿਲਾ ਖੇਲ ਹੈ, ਇੱਕ ਨੂੰ ਪ੍ਰਤੀਤ ਆ ਗਈ। ਪਹਿਲਾ ਨੁਕਤਾ, ਇੱਕ ਨੂੰ ਪ੍ਰਤੀਤ ਆ ਗਈ ਕਿ ਜਿਹੜਾ ਮਾਇਆ ਇਹਦਾ ਸਥੂਲ ਰੂਪ ਮੈਂ ਬਹੁਤ ਜ਼ਿਆਦਾ ਸੰਚਲ ਹਾਂ। ਇੱਕ ਨੂੰ ਇਹ ਸਮਝ ਆਈ, ਉਹਨੂੰ ਪਦਾਰਥ ਦਾ ਆਕਰਸ਼ਣ ਨੇ, ਲੋਭ ਦੀ ਬ੍ਰਿਤੀ ਨੇ, ਤ੍ਰਿਸ਼ਨਾ ਦੀ ਅਗਨ ਨੇ, ਵਾਸਨਾ ਦੇ ਉਹਦੇ ਅੰਦਰ ਬਣੀ ਹੋਈ ਫਾਈ ਨੇ ਉਹਨੂੰ ਇਸ ਸਥਿਤੀ ਵਿੱਚ ਪਾ ਦਿੱਤਾ ਕਿ ਤੂੰ ਬਹੁਤ ਕੁਝ ਸੰਚਲਾ ਇਸ ਜਗਤ ਦੇ ਵਿੱਚ, ਤਾਂ ਤੇਰਾ ਜੀਵਨ ਕੰਪਲੀਟ ਹੈ। ਹੁਣ ਉਸ ਸੰਚਣ ਵਿੱਚ ਪਿਆ ਹੋਇਆ ਹੈ ਅਤੇ ਉਹਦੇ ਜੀਵਨ 'ਚ ਜਿਹੜਾ ਭਰਮ ਹੈ ਉਹ ਸੰਚਣ ਦੇ ਰੂਪ ਵਿੱਚ ਚੱਲ ਰਿਹਾ ਹੈ। ਉਹ ਆਪਣੇ ਭਰਮ ਨੂੰ ਸੰਚਣ ਦੇ ਰੂਪ ਵਿੱਚ ਪੂਰਾ ਕਰ ਰਿਹਾ ਕਿ ਜਿੰਨਾ ਕੁਝ ਮੇਰੇ ਕੋਲ ਹੋਏਗਾ ਉਹੀ ਠੀਕ, ਇਸ ਕਰਕੇ ਉਹ ਹਰ ਚੀਜ਼ ਨੂੰ ਆਪਣੇ ਕੋਲ ਕਰਨ ਲੱਗ ਪਿਆ ਹੈ ਅਤੇ ਉਹ ਇਸ ਕਰਕੇ ਖੁਆਰ ਹੋ ਰਿਹਾ ਹੈ। ਇੱਕ ਦੂਜਾ ਉਹ ਹੈ ਜਿਹਨੇ ਉਹਦਾ ਤਿਆਗ ਕਰ ਦਿੱਤਾ ਹੈ ਕਿ ਇਹ ਮੈਨੂੰ ਤੰਗ ਕਰਦੀ ਹੈ, ਉਹਦਾ ਤਿਆਗ ਕੀਤਾ ਅਤੇ ਉਹਦੇ ਤਿਆਗ ਦੇ ਮਾਨ ਵਿੱਚ ਫਸ ਗਿਆ ਹੈ। ਕਮਾਲ ਦੇਖੋ, ਇਹ ਮਾਇਆ ਦੇ ਮੈਂ ਨੁਕਤੇ ਬਣਾਉਣ ਦਾ ਆਪਦੇ ਸਨਮੁਖ ਯਤਨ ਕਰ ਰਿਹਾ ਕਿ ਇੱਕ ਸੰਚਿਤ ਕਰਕੇ ਦੁਖੀ ਹੋ ਰਿਹਾ ਵੀ ਇਕੱਠੀ ਹੋ ਜਾਏ, ਬਹੁਤ ਜ਼ਿਆਦਾ ਹੋ ਜਾਏ ਸਥੂਲ ਰੂਪ। ਇੱਕ ਜਿਹੜਾ ਉਹਨੂੰ ਸਥੂਲ ਰੂਪ ਵਿੱਚ ਛੱਡ ਬੈਠਾ, ਜਿਵੇਂ ਬਾਣੀ 'ਚ ਭਗਤ ਕਬੀਰ ਸਾਹਿਬ ਜੀ ਦਾ ਹੀ ਵਾਕ ਆਉਂਦਾ ਹੈ, ਮਾਇਆ ਤਜੀ ਤਉ ਕਿਆ ਭਇਆ ਜੋ ਮਨ ਤਜਿਆ ਨਹੀਂ ਜਾਏ। ਇੱਕ ਤਾਂ ਵਿਚਾਰਾ ਬਿਲਕੁਲ ਫਸਿਆ ਹੋਇਆ ਉਹਦੇ ਸੈਂਟਰ 'ਚ, ਉਹ ਤਾਂ ਚਲੋ ਭਰਮੇਗਾ ਹੀ। ਇੱਕ ਜਿਹੜਾ ਕਹਿੰਦਾ ਮੈਂ ਛੱਡ ਦਿੱਤੀ ਹੈ, ਮੈਂ ਇਹਦਾ ਤਿਆਗ ਕਰ ਦਿੱਤਾ, ਉਹਦੇ ਤਿਆਗ ਦੇ ਮਾਣ ਵਿੱਚ ਫਸਿਆ ਹੋਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਕਮਾਲ ਦੇਖੋ। ਅੱਗੇ ਜਾ ਕੇ ਦੇਖੋ, ਕਹਿੰਦੇ ਇੱਕ ਉਹ ਆ ਜਿਹਦੇ ਕੋਲੋਂ ਬਹੁਤ ਜ਼ਿਆਦਾ ਹੈ ਅਤੇ ਉਹਨੂੰ ਸੁਖੀ ਸਮਝਿਆ ਜਾ ਰਿਹਾ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਕਹਿੰਦੇ ਜਿਹਦੇ ਕੋਲ ਬੜੀ ਭਰਪੂਰਤਾ, ਹੁਣ ਉਹਨੂੰ ਚਿੰਤਾ ਪੈਦਾ ਹੋ ਰਹੀ ਹੈ ਕਿ ਇਹਨੂੰ ਇਹਦਾ ਸਹੀ ਵਾਰਸ, ਇਹਦੀ ਸਹੀ ਸੰਭਾਲ ਮਿਲ ਜਾਏ ਜਾਂ ਮੈਨੂੰ ਇਹ ਛੱਡਣੀ ਨਾ ਪਏ। ਕਹਿੰਦੇ ਉਹ ਇਸ ਚਿੰਤਾ ਵਿੱਚ ਹੈ। ਜਿਸ ਗ੍ਰਹਿ ਬੌਰੀ ਬਹੁਤੀ ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਜਿਹਦੇ ਕੋਲ ਥੋੜ੍ਹੀ ਇਸ ਭਰਮ ਦੇ ਵਿੱਚ ਹੈ ਕਿ ਜੇ ਉਹਦੇ ਜਿੰਨਾ ਹੋ ਜਾਵਾਂ ਫਿਰ ਸੁਖੀ ਹੋ ਜਾਵਾਂਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਭਰਮ ਦੇਖੋ।
ਉਹ ਭਰਪੂਰਤਾ ਹੋ ਕੇ ਮਾਇਆ ਦੇ ਚਿੰਤਾ ਰੂਪ ਭਰਮ 'ਚ ਹੈ, ਉਹ ਥੋੜ੍ਹੀ ਰੂਪ ਹੋ ਕੇ ਉਹਦੇ ਭਟਕਣ ਦੇ ਭਰਮ ਵਿੱਚ ਹੈ। ਕਹਿੰਦੇ ਕਮਾਲ ਦੇਖੋ। ਅੱਗੇ ਇੱਕ ਹੋਰ ਨੁਕਤਾ ਆਪਦੇ ਸਨਮੁਖ ਰੱਖਾਂ। ਕਹਿੰਦੇ ਇੱਕ ਹੈ ਜਿਨੇ ਅਗਿਆਨੀ ਹੈ, ਜਿਹਨੇ ਜੀਵਨ ਦਾ ਮਨੋਰਥ ਨਹੀਂ ਪ੍ਰਾਪਤ ਕੀਤਾ, ਉਹ ਵਿਕਾਰਾਂ ਦੇ ਵਿੱਚ, ਅਗਿਆਨ ਦੇ ਵਿੱਚ, ਮਾਇਆ ਦੇ ਰਸਾਂ ਕਸਾਂ ਵਿੱਚ ਭਰਮ ਰਿਹਾ ਹੈ। ਉਹ ਇਸ ਕਰਕੇ ਦੁਖੀ ਹੈ ਕਿ ਮੇਰਾ ਸਾਰਾ ਜੀਵਨ ਖਤਮ ਹੋ ਗਿਆ ਹੈ, ਮੈਂ ਗਿਆਨ ਨਹੀਂ ਪ੍ਰਾਪਤ ਕਰ ਸਕਿਆ, ਸਤ ਸੰਗਤ ਦਾ ਕਰਮ ਨਹੀਂ ਕਰ ਸਕਿਆ, ਅਤੇ ਕਹਿੰਦੇ ਇਸ ਕਰਕੇ ਦੁਖੀ ਹੋ ਰਿਹਾ ਹੈ। ਇੱਕ ਕਹਿੰਦੇ ਜਿਹਦੇ ਕੋਲੋਂ ਗਿਆਨ ਦਾ ਧਨ ਹੈ, ਜਿਹਨੂੰ ਜੀਵਨ ਦੇ ਹਰੇਕ ਪੱਖ ਦੀ ਸੋਝੀ ਹੈ, ਉਹਦਾ ਗਿਆਨ ਵੀ ਕਿਸੇ ਨਾ ਕਿਸੇ ਤ੍ਰਿਸ਼ਨਾ ਦੇ ਅੰਤਰ ਫਸਿਆ ਹੋਇਆ ਹੈ, ਜਾਂ ਉਹਦਾ ਗਿਆਨ ਅਹੰਕਾਰ ਵਿੱਚ ਫਸਿਆ ਹੋਇਆ, ਉਹਦੇ ਕਰਕੇ ਦੁਖੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਕੀ, ਦੇਖੋ ਤਾਂ ਸਹੀ ਧਰਤੀ ਦਾ ਵਰਤਾਰਾ ਮਾਲਕ ਨੇ ਚਲਾਇਆ ਕੀ ਹੈ। ਇਸ ਜਿਹੜੇ ਮੈਂ ਤਿੰਨ ਆਪਦੇ ਸਨਮੁਖ ਨੁਕਤੇ ਰੱਖੇ ਨੇ, ਇਸ ਅਨੁਸਾਰ ਧਰਤੀ ਨੂੰ ਦੇਖੋ। ਇਸ ਕਰਕੇ ਕਹਿੰਦੇ ਮਾਇਆ ਦਾ ਨਿਜ਼ਾਮ ਦੇਖੋ ਕਿ ਮਾਲਕ ਨੇ ਧਰਤੀ 'ਤੇ ਬੜਾ ਕਮਾਲ ਪੈਦਾ ਕੀਤਾ ਹੋਇਆ। ਮਾਇਆ ਦੇ ਕਮਾਲ ਦੇ ਵਿੱਚ ਸੁੰਦਰਤਾ ਹੈ, ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਈ, ਇਹ ਮਾਲਕ ਦੀ ਰਚੀ ਹੋਈ ਰਚਨਾ ਹੈ, ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਗੁਰੂ ਭਗਤ ਜਿਹੜਾ ਸ਼੍ਰੀ ਕ੍ਰਿਸ਼ਨ ਨੇ ਲੀਲਾ ਕਿਹਾ, ਉਹਨਾਂ ਕਿਹਾ ਕਿ ਇਹ ਹੈ ਲੀਲਾ ਹੀ ਹੈ। ਕਿ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਰੀਤੇ ਭਰੇ ਭਰੇ ਸਖਨਾਵੈ ਜਹ ਤਾਂ ਕੋ ਵਿਵਹਾਰੇ, ਕਿ ਮਨੁੱਖ ਦਾ ਨਿਜ਼ਾਮ ਕਹਿੰਦਾ ਹੈ ਕਿ ਸਭ ਜਗ੍ਹਾ ਇੱਕ ਸਮਾਨ ਹੋਣਾ ਚਾਹੀਦਾ ਹੈ। ਮਾਲਕ ਦੇ ਨਿਜ਼ਾਮ ਨੇ ਉੱਚਾ ਨੀਵਾਂ ਸਾਜਿਆ। ਇਸ ਕਰਕੇ ਉਦਾਹਰਨ ਦੇ ਤੌਰ 'ਤੇ ਇਹਦੇ ਓਪੋਜਿਟ, ਜਿਹੜਾ ਓਪੋਜਿਟ ਹੁੰਦਾ ਹੈ, ਉਹਦੇ ਵਿਚਲੀ ਜਿਹੜੀ ਰਮਜ ਹੈ, ਉਹਦੇ ਨਾਲ ਹੀ ਮਾਇਆ ਸਮਝ ਆਉਂਦੀ ਹੈ। ਉਦਾਹਰਨ ਦੇ ਤੌਰ 'ਤੇ ਉਹਦੇ ਦੋ ਦੋ ਰੂਪ ਇਕੱਠੇ ਸਾਡੇ ਸਾਹਮਣੇ ਵਾਪਰਦੇ ਨੇ। ਜੇ ਇੱਕੋ ਤਰ੍ਹਾਂ ਦਾ ਜੀਵਨ ਉਦਾਹਰਨ ਦੇ ਤੌਰ ਤੇ ਅੱਜ ਮਨੁੱਖ ਦੀ ਕਿਤੇ ਸਾਈਕੀ ਨੂੰ ਜੱਜ ਕੀਤਾ ਜਾਵੇ, ਤਾਂ ਮਨੁੱਖ ਆਪਣੇ ਵਸਤਰਾਂ 'ਚ ਇੱਕੋ ਰੰਗ ਪ੍ਰਵਾਨ ਹੀ ਨਹੀਂ ਕਰਦਾ। ਉਹ ਕਹਿੰਦਾ ਪੱਗ ਕਮੀਜ਼ ਸਾਰਾ ਕੁਝ ਵੱਖੋ ਵੱਖ ਰੰਗਾਂ ਦਾ ਹੋਣਾ ਚਾਹੀਦਾ ਹੈ, ਇੱਕ ਰੰਗ ਪ੍ਰਵਾਨ ਹੀ ਨਹੀਂ ਕਰਦਾ। ਅਤੇ ਜੇ ਮਾਲਕ ਜਗਤ ਇੱਕੋ ਤਰ੍ਹਾਂ ਦਾ ਹੀ ਬਣਾ ਦਿੰਦਾ ਤਾਂ ਜਗਤ ਗਿਆ ਖੁਸ਼ਕ ਹੋਣਾ ਸੀ। ਇਸ ਕਰਕੇ ਰੰਗਾਂ ਦੀ, ਰੂਪਾਂ ਦੀ, ਆਕਾਰਾਂ ਦੀ, ਥਾਵਾਂ ਦੀ ਜਿਹੜੀ ਵਿਭਿੰਨਤਾ ਹੈ ਉਹ ਬੜੀ ਕਮਾਲ ਦੀ ਹੈ, ਅਤੇ ਮਾਇਆ ਵਿੱਚ ਰਚੀ ਗਈ ਹੈ। ਅਤੇ ਇਹੀ ਪ੍ਰਪੰਚ ਹੈ ਜਿਹੜਾ ਇਹਨੂੰ ਜਾ ਕੇ ਉਹਦੇ ਅੰਦਰ ਇੱਕੋ ਸੱਚ ਨੂੰ ਜਾਣ ਲੈਂਦਾ ਹੈ, ਉਹੀ ਮਾਇਆ ਦੇ ਰੂਪ ਨਿਕਟ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਕੀ, ਕਿ ਜਗਤ ਦੀ ਰਚੀ ਹੋਈ ਇਹਦੇ ਵਿੱਚ ਜੀਵ ਬੰਧੇ ਚਲੇ ਆ ਰਹੇ ਹਨ। ਕੋਈ ਕਿਸੇ ਕਰਕੇ ਬੱਝਾ ਹੈ, ਕੋਈ ਕਿਸੇ ਕਰਕੇ ਬੱਝਾ ਹੈ, ਜਾਣੈ ਨਾਹੀ ਕੋਇ, ਕੋਈ ਕਿਸੇ ਜਾਣ ਕਰਕੇ ਨਹੀਂ ਬੁੱਝਦਾ। ਇਸ ਕਰਕੇ ਜਿਹੜਾ ਜੀਵਨ ਦਾ ਮਾਇਆ ਦਾ ਸਭ ਤੋਂ ਗਹਿਰਾ ਭਰਮ ਹੈ, ਉਹ ਹੈ ਮਨੁੱਖ ਦਾ ਕਿ ਮੈਂ ਨਾਸ਼ਵਾਨ ਨਹੀਂ ਹਾਂ। ਪਰ ਮਨੁੱਖ ਜੇ ਮਾਇਆ ਦੇ ਪ੍ਰਪੰਚ ਨੂੰ ਠੀਕ ਤਰੀਕੇ ਨਾਲ ਸਮਝ ਲਏ ਤਾਂ ਉਹਨੂੰ ਸਮਝ ਆਏਗਾ ਕਿ ਚਾਰ ਤੱਤ ਧਰਤੀ ਤੋਂ ਰਲੇ, ਇੱਕ ਪੰਜਵਾਂ ਮਾਲਕ ਦਾ ਆਤਮ ਜੋਤ ਤੱਤ ਰਲਿਆ ਅਤੇ ਦੇਹਾ ਬਣ ਗਈ। ਅਤੇ ਇਹ ਦੇਹਾ ਮਾਇਆ ਦੇ ਭਰਮ ਅਧੀਨ ਹੈ, ਚੱਕਰ ਅਧੀਨ ਹੈ, ਤਾਂ ਸਮੇਂ 'ਤੇ ਜਾ ਕੇ ਇਹਦੇ ਦੇਹ ਦਾ ਕਾਰਜ ਸਮਾਪਤ ਹੋਏਗਾ। ਕਹਿੰਦੇ ਜਿਹੜਾ ਇਸ ਗੱਲ ਨੂੰ ਨਹੀਂ ਜਾਣਦਾ ਉਹ ਬੜੇ ਗਹਿਰੇ ਭਰਮ ਦੇ ਵਿੱਚ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਣੈ ਨਾਹੀ ਕੋਇ, ਮਨੁੱਖ ਬੜਾ ਸਿਰ ਸਾਰੀ ਜ਼ਿੰਦਗੀ ਇਹਦੇ ਸੰਪਰਕ ਵਿੱਚ ਰਹਿੰਦਾ ਹੈ, ਪਰ ਇਹਦੇ ਬਾਰੇ ਜਾਣਦਾ ਨਹੀਂ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਤਾਂ ਕਿ ਗੱਲ ਥੋੜ੍ਹੀ ਹੋਰ ਸਪਸ਼ਟ ਹੋ ਜਾਏ। ਕਿਸੇ ਬੜੇ ਉੱਤਮ ਪੁਰਖ ਨੂੰ ਕਿਸੇ ਨੇ ਪੁੱਛਿਆ ਕਿ ਜੀ ਮਾਇਆ ਬਾਰੇ ਸਮਝਾਓ, ਮਾਇਆ ਕੀ ਚੀਜ਼ ਹੈ। ਉਹ ਬਹੁਤ ਸਮਾਂ ਮੌਨ ਰਿਹਾ, ਬੋਲਿਆ। ਉਹਨਾਂ ਨੇ ਫਿਰ ਕਾਫੀ ਸਮੇਂ ਬਾਅਦ ਆਪਣਾ ਪ੍ਰਸ਼ਨ ਦੁਹਰਾਇਆ ਕਿ ਜੀ ਮਾਇਆ ਦੇ ਸੰਬੰਧ ਦੇ ਵਿੱਚ ਦੱਸੋ ਕੀ ਹੈ। ਕਹਿਣ ਲੱਗਾ, ਉਹਨੇ ਕਾਫੀ ਸਮਾਂ ਫਿਰ ਮੌਨ ਰਿਹਾ। ਤੀਜੀ ਦਫਾ ਜਦੋਂ ਪੁੱਛਿਆ, ਉਹ ਵਿਦਵਾਨ ਪੁਰਖ ਸੀ, ਬਹੁਤ ਵੱਡਾ ਗਿਆਨੀ ਸਾਧਕ ਸੀ, ਬੰਦਗੀ ਦੀ ਧਨ ਰਾਸ ਉਹਦੇ ਕੋਲ ਸੀ। ਉਹ ਕਹਿਣ ਲੱਗਾ ਕਿ ਤੈਨੂੰ ਕਿਸ ਤਰ੍ਹਾਂ ਸਮਝਾਵਾਂ, ਚੱਲ ਮੈਂ ਤੈਨੂੰ ਦੋ ਸ਼ਬਦ ਕਹਿਣਾ, ਉਹਨਾਂ ਦੋਵਾਂ ਸ਼ਬਦਾਂ ਤੋਂ ਜੇ ਤੂੰ ਸਮਝ ਜਾਏ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਵਿਸਥਾਰ ਤੇਰੇ ਸਾਹਮਣੁਖ ਰੱਖਣ ਦਾ ਯਤਨ ਕਰਾਂਗਾ। ਕਹਿੰਦਾ ਮਾਇਆ ਦਾ ਅਰਥ ਹੈ ਕੁਝ ਨਹੀਂ। ਦੋ ਸ਼ਬਦ ਵਰਤੇ ਉਹਨੇ, ਕਹਿੰਦਾ ਕੁਝ ਨਹੀਂ। ਕਹਿੰਦਾ ਕਿ ਥੋੜ੍ਹੀ ਤਾਂ ਸਮਝ ਪੈ ਗਈ ਪਰ ਵਿਸਥਾਰ ਰੱਖ ਦਿਓ। ਕਹਿੰਦਾ ਕੁਝ ਨਹੀਂ ਦਾ ਮਤਲਬ ਕਿ ਮਾਲਕ ਨੇ ਜਗਤ ਰਚਿਆ, ਉਹਨੂੰ ਜਿਵੇਂ ਭਾਉਂਦਾ ਹੈ ਜਗਤ ਦਾ ਤਮਾਸ਼ਾ ਬਣਾਉਣ ਲਈ ਉਵੇਂ ਜੀਵਾਂ ਨੂੰ ਸਾਜ ਲੈਂਦਾ ਹੈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੇ। ਕਹਿੰਦਾ ਨਿਆਣੇ ਕਦੀ ਰੇਤ ਨਾਲ ਖੇਡਦੇ ਦੇਖੀ, ਉਹ ਰੇਤ ਨੂੰ ਪੁੱਛਦੇ ਆ ਵੀ ਤੇਰੀ ਮਰਜ਼ੀ, ਅਸੀਂ ਤੇਰਾ ਉਹ ਘਰ ਜਿਹਾ ਬਣਾ ਲਈਏ। ਕਹਿੰਦੇ ਉਹ ਆਪੇ ਬਣਾ ਲੈਂਦੇ ਨੇ, ਪਹਿਲਾਂ ਬਣਾਉਂਦੇ ਬੜੀ ਸ਼ਿੱਦਤ ਨਾਲ ਨੇ, ਬੜਾ ਧਿਆਨ ਰੱਖਦੇ ਨੇ,
ਉਹਦਾ ਫਿਰ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਉਂਦੀ ਹੈ, ਉਹ ਢਾਹ ਕੇ ਤੁਰ ਪੈਂਦੇ ਨੇ। ਅਤੇ ਕਹਿੰਦੇ ਰੇਤ ਨੇ ਕਦੀ ਇਤਰਾਜ਼ ਕੀਤਾ ਕਿ ਮੈਨੂੰ ਇਉਂ ਕਿਉਂ ਕੀਤਾ, ਪਹਿਲਾਂ ਮੈਨੂੰ ਬਣਾਇਆ ਬਾਅਦ 'ਚ ਢਾਹਿਆ। ਕਹਿੰਦੇ ਇੰਝ ਜਿਹੜਾ ਹੁਕਮ ਪ੍ਰਭੂ ਦੀ ਆਗਿਆ ਦੇ ਨਾਲ ਇੱਕ ਸੁਰ ਹੈ, ਉਹਨੂੰ ਕੋਈ ਇਤਰਾਜ਼ ਨਹੀਂ, ਕਦੋਂ ਜਗਤ 'ਤੇ ਭੇਜ ਦਿੱਤਾ, ਕਦੋਂ ਸੱਦ ਲਿਆ ਗਿਆ। ਇਸ ਕਰਕੇ ਕੁਝ ਵੀ ਨਹੀਂ ਹੈ। ਇਹ ਤਾਂ ਅਸੀਂ ਆ ਕਿ ਜਨਮ ਹੋਇਆ ਅਤੇ ਸਰੀਰ ਦੀ ਚੇਤਨਾ ਨਾਲ ਮੋਹ ਪੈ ਗਿਆ, ਸੰਸਾਰ ਦੇ ਪਦਾਰਥਾਂ ਨਾਲ ਆਕਰਸ਼ਣ ਬਣ ਗਿਆ। ਉਂਝ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਖੇਲ ਹੈ। ਕਈ ਵਾਰੀ ਬਾਣੀ ਦੇ ਵਾਕ ਪੜ੍ਹੀ ਦੇ ਨਾ ਤਾਂ ਸਮਝ ਆਉਂਦੀ ਹੈ ਕਿ ਇਹ ਹੈ ਕੀ। ਦੇਖੋ ਤਾਂ ਸਹੀ, ਆਉਣ ਜਾਣ ਇੱਕ ਖੇਲ ਬਣਾਇਆ, ਸਾਡੇ ਭਾਅ ਦਾ ਐਡਾ ਵੱਡਾ ਇਹ ਜੱਬ ਬਣਿਆ ਪਿਆ ਕਿ ਜੀਵਨ ਖੇਲ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਖੇਲ ਬਣਾਇਆ। ਉਹ ਖੇਲ ਦਾ ਮਤਲਬ ਕੀ ਹੈ? ਹੁਣ ਸਾਨੂੰ ਲੱਗਦਾ ਨਾ ਕਿ ਜੀਵਨ ਸਾਨੂੰ ਤਾਂ ਇੱਕ ਦਿਨ ਜ਼ਿੰਦਗੀ ਦਾ ਗੁਜ਼ਾਰਨਾ, ਸ਼ੁਕਰ ਕਰਦੇ ਅੱਜ ਦਾ ਦਿਨ ਬੀਤਿਆ, ਅਗਲੇ ਦਿਨ ਦੀਆਂ ਫਿਰ ਅਰਦਾਸਾਂ ਸਾਡੇ ਸਿਰ ਦੇ ਉੱਪਰ ਕਿ ਅੱਜ ਬੀਤ ਜਾਏ। ਮਤਲਬ ਦਿਨ ਬਾਅਦ ਦਿਨ ਦਾ ਭਾਰ ਹੌਲੀ ਹੌਲੀ ਅਸੀਂ ਉਤਾਰ ਰਹੇ ਹਾਂ। ਪਰ ਬਾਣੀ ਕਹਿ ਰਹੀ ਖੇਲ ਬਣਾਇਆ, ਅਤੇ ਜਿਹਦੇ ਅੰਦਰ ਖੇਲ ਦੀ ਪੂਰੀ ਸੈਂਸ ਹੈ ਉਹੀ ਮਾਲਕ ਦੀ ਰਚਨਾ ਦੇ ਨੇੜੇ ਹੋ ਕੇ ਉਹਦੇ ਹੁਕਮ ਅਨੁਸਾਰ ਹੋ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬਾਨਾਂ ਨੇ ਜਦੋਂ ਕਿਹਾ ਨਾ ਕਿ ਦੇਖਣ ਆਇਓ ਜਗਤ ਤਮਾਸ਼ਾ, ਉਹਦੀ ਸੈਂਸ ਪਤਾ ਕੀ ਹੈ? ਉਹਦੀ ਸੈਂਸ ਹੈ ਕਿ ਭਾਵੇਂ ਜੀਵਨ 'ਚ ਬਾਹਰਾ ਕੁਝ ਜਿੰਨਾ ਮਰਜ਼ੀ ਚੱਲੇ, ਉਹਦੇ ਵਿੱਚ ਦੁੱਖ ਸੁੱਖ ਕਸ਼ਟ ਉਸਤਤ ਨਿੰਦਿਆ ਹਰਖ ਸੋਗ ਅਮੀਰੀ ਗਰੀਬੀ ਬਾਦਸ਼ਾਹੀ ਫਕੀਰੀ ਜੋ ਮਰਜ਼ੀ ਚੱਲੇ, ਪਰ ਜਿਹੜਾ ਮੇਰਾ ਇੱਕ ਆਤਮਾ ਵਾਲਾ ਅਸਲ ਹੈ ਉਹਦੇ 'ਤੇ ਇਹਦਾ ਕੋਈ ਪ੍ਰਭਾਵ ਨਹੀਂ। ਇਸ ਕਰਕੇ ਮੈਂ ਕੁਝ ਵੱਖਰਾ ਹਾਂ। ਇਸ ਦੇਹ ਦੇ ਵਿੱਚੋਂ ਮੇਰੇ ਆਤਮ ਦੀ ਕੋਈ ਉਚਾਈ ਹੈ ਜਿਹੜੀ ਇਹਨਾਂ ਚੀਜ਼ਾਂ ਦੇ ਨਾਲ ਕਨੈਕਟ ਵਿੱਚ ਆਉਂਦੀ ਨਹੀਂ। ਇਸ ਕਰਕੇ ਇਸ ਸਾਰੇ ਵਰਤਾਰੇ ਤੋਂ ਮੈਂ ਪਰਾਂ ਰਹਿੰਦਾ ਹਾਂ। ਇਸ ਕਰਕੇ ਇਹ ਵੀ ਅਵਸਥਾ ਸਾਨੂੰ ਕਮਾਉਣੀ ਚਾਹੀਦੀ। ਇਹਦਾ ਮੈਂ ਗੁਰੂ ਕਿਰਪਾ ਨਾਲ ਕਈ ਨਿੱਜ ਅਨੁਭਵ ਕਮਾਏ ਨੇ ਕਿ ਤੁਹਾਡੇ ਜੀਵਨ 'ਚ ਜਦੋਂ ਬੜਾ ਸੰਕਟ ਚੱਲ ਰਿਹਾ ਹੁੰਦਾ, ਉਦੋਂ ਬੰਦਗੀ ਤੁਹਾਨੂੰ ਤੁਹਾਡਾ ਉੱਚਾ ਰੂਪ ਦਿਖਾਉਂਦੀ ਹੈ ਕਿ ਤੁਸੀਂ ਗੁਰੂ ਸ਼ਬਦ ਨਾਲ ਜੁੜ ਕੇ ਉਸ ਸਾਰੇ ਸੰਕਟ ਦੀ ਚਰਚਾ, ਉਹਦਾ ਪ੍ਰਭਾਵ, ਉਹਨੂੰ ਆਪਣੇ ਜੀਵਨ 'ਚ ਛੋਟਾ ਕਰ ਲਓ। ਅਤੇ ਜਿਹੜੀ ਗੁਰੂ ਸ਼ਬਦ ਦੀ ਜਾਂ ਗੁਰ ਜੀਵਨ ਦੀ ਬੰਦਗੀ ਵਾਲੀ ਕਮਾਈ ਦਾ ਪ੍ਰੇਰਣਾ ਹੈ, ਉਹਨੂੰ ਉੱਚਿਆਂ ਰੱਖੋ। ਆਪਣੇ ਜੀਵਨ 'ਚ ਬੈਲੈਂਸ ਇਕੱਠੇ ਹੀ ਬਣਾਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ। ਕਹਿੰਦੇ ਇਹ ਇਕੱਲੀ ਇਹਨਾਂ ਨੂੰ ਨਹੀਂ, ਧਾਰਮਿਕ ਪੁਰਖਾਂ ਨੂੰ ਵੀ ਵਿਆਪਦੀ ਹੈ। ਕਹਿੰਦੇ ਇਸ ਕਰਕੇ ਹੁਣ ਦੇਖੋ, ਕਹਿੰਦੇ ਕਿ ਧਰਮ ਦਾ ਪਵਿੱਤਰ ਕਾਰਜ ਹੈ, ਇਸ ਨੂੰ ਪੜ੍ਹ ਕੇ ਪੜ੍ਹ ਸੁਣ ਕੇ ਮਨੁੱਖ ਦਾ ਕਲਿਆਣ ਹੋਣਾ ਹੈ। ਪਰ ਮਨੁੱਖ ਕੀ ਕਰਦਾ ਹੈ? ਇਹਨੂੰ ਆਪਣੇ ਧੰਦਾ ਬ੍ਰਿੱਤੀ ਦੇ ਅਧੀਨ ਕਰਕੇ ਤੇ ਇਹਦਾ ਪ੍ਰਯੋਜਨ ਕੇਵਲ ਮਾਇਆ ਬਣਾ ਲੈਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਣੈ ਨਾਹੀ ਕੋਏ, ਨਹੀਂ ਜਾਣਦਾ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ, ਹਰ ਕੀ ਗਤ ਨੈ ਕੋਊ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ। ਬੜੇ ਦੀ ਵਿਚਾਰ ਕਰਕੇ ਇਹਦੇ ਰੂਪਾਂ ਨੂੰ ਸਮਝਣ ਕਰਕੇ ਖੱਪ ਗਏ, ਪਰ ਇਹਦਾ ਸੱਚ ਰੂਪ ਨਹੀਂ ਸਮਝ ਆਇਆ। ਇਸ ਕਰਕੇ ਸਾਡੇ ਜੀਵਨ ਦੀ ਜੁਗਤ ਹੈ ਕਿ ਅਸੀਂ ਮਾਇਆ ਦਾ ਤਿਆਗ ਨਹੀਂ, ਮਾਇਆ ਦੇ ਵਿੱਚ ਰਹਿ ਕੇ ਅਲੇਪ ਭਾਵ ਪੈਦਾ ਕਰਨਾ, ਅਤੇ ਅਲੇਪ ਗਿਆਨ ਦੇ ਨਾਲ ਪੈਦਾ ਹੋਏਗਾ। ਅਤੇ ਗਿਆਨ ਦੀ ਜਦ ਗਹਿਰਾ ਕਰਮ ਬਣੇਗਾ ਉਦੋਂ ਸਾਡੇ ਜੀਵਨ 'ਚ ਹੋਏਗਾ। ਇਸ ਕਰਕੇ ਭਗਤ ਕਬੀਰ ਉਹ ਫਿਰ ਸੰਤ ਪੁਰਖ ਕਹਿਣ ਲੱਗਾ ਉਸ ਨੂੰ, ਕਹਿੰਦਾ ਕੁਝ ਨਹੀਂ ਦਾ ਅਰਥ ਦਾ ਮਤਲਬ ਸੀ ਕਿ ਜੇ ਇਸ ਸਮਝ ਨੂੰ ਰੋਜ਼ਾਨਾ ਗਹਿਰਾ ਕਰੇ। ਹੁਣ ਕਿਉਂਕਿ ਜੀਵਨ ਰੋਜ਼ ਰੋਜ਼ ਸਾਨੂੰ ਨਵੇਂ ਭਰਮ ਦਿੰਦਾ ਹੈ। ਸਾਨੂੰ ਕਥਨ ਵਾਲਿਆਂ ਨੂੰ ਭਰਮ ਹੈ ਕਿ ਤੁਸੀਂ ਕਥਾਵਾਚਕ ਹੋ, ਇਹ ਸਮਾਜ ਭਰਮ ਦੇ ਰਿਹਾ ਹੈ। ਵਾਸਤਵ ਦੇ ਵਿੱਚ ਤਾਂ ਸਾਡੇ ਜੀਵਨ ਦੀ ਮਰਜ਼ਾਦਾ ਨੂੰ ਚਲਾਉਣ ਲਈ ਜਾਂ ਸਾਡੇ ਜੀਵਨ ਨੂੰ ਸਵਾਰਨ ਲਈ ਇਹ ਮਾਲਕ ਨੇ ਸਾਨੂੰ ਦਿੱਤਾ ਹੋਇਆ ਬਖਸ਼ਿਸ਼ ਰੂਪ ਗੁਣ ਹੈ। ਪਰ ਅਸੀਂ ਇਹਨੂੰ ਆਪਣਾ ਸਮਝ ਕੇ ਅਤੇ ਉਹਦਾ ਨਿੱਜ ਬਣਾ ਲੈਂਦੇ ਹਾਂ। ਫਿਰ ਉਹ ਨਿੱਜ ਦੇ ਵਿੱਚ ਬਣਿਆ ਹੋਇਆ ਪਹਿਲਾਂ ਭਰਮ ਹੁੰਦਾ, ਉਹ ਭਰਮ ਗਹਿਰਾ ਹੋ ਕੇ ਹੰਕਾਰ ਬਣ ਜਾਂਦਾ ਹੈ। ਜਦੋਂ ਉਹਨੂੰ ਕੋਈ ਤੋੜਦਾ ਫਿਰ ਅਸੀਂ ਦੁਖੀ ਹੁੰਦੇ ਹਾਂ। ਇਸ ਕਰਕੇ ਆਪਣੇ ਆਪ ਨੂੰ ਕਿਸੇ ਕੰਸੈਪਸ਼ਨ ਦੇ ਵਿੱਚ ਰੱਖਣਾ ਹੀ ਨਹੀਂ ਚਾਹੀਦਾ ਜੇ ਮਾਇਆ ਤੋਂ ਅਲੇਪ ਜੀਵਨ ਜਿਉਣਾ ਹੈ। ਤਾਂ ਕਰਕੇ ਕਿਹਾ ਨਾ, ਤਾਣ ਹੁੰਦੇ ਹੋਏ ਨਤਾਣਾ। ਦੇਖੋ ਕਿੰਨਿਆਂ ਨੂੰ ਤਾਣ ਮਿਲਿਆ ਧਰਤੀ 'ਤੇ, ਕਿੰਨਿਆਂ ਕੋਲ ਸਭ ਕੁਝ ਹੈ ਦੁਨੀਆ ਦੇ ਵਿੱਚ। ਬਹੁਤਾ ਕਹੀਏ ਬਹੁਤਾ ਪਰਾਂ ਤੋਂ ਪਰਾਂ ਪਈ ਹੈ ਧਰਤੀ, ਹੋਰ ਪਰੈ ਹੋਰ। ਫਿਰ ਆਪਣਾ ਕਿਸ ਗੱਲ ਦਾ ਅਸੀਂ ਇਸ ਧਰਤੀ 'ਤੇ ਮਾਣ ਹੰਕਾਰ ਹੰਡਾਈਏ। ਇਸ ਕਰਕੇ ਜੀਵਨ ਦੇ ਵਰਤਾਰੇ ਨੂੰ, ਇਸ ਕਰਕੇ ਜਿਹੜਾ ਸਤਸੰਗੀ ਬੰਦਾ ਹੈ ਉਹ ਮੈਂ ਕਈ ਦਫਾ ਇਸ ਗੱਲ ਦਾ ਵੀ ਬਣਾਇਆ ਕਿ ਇੱਕ ਦਿਨ ਇਹੀ ਚਰਚਾ ਹੋਣੀ ਚਾਹੀਦੀ ਕਿ ਸਤਸੰਗੀ ਕੀ ਹੁੰਦਾ। ਅਸੀਂ ਸ਼ਬਦ ਤਾਂ ਰੋਜ਼ ਹੀ ਕਹੀ ਜਾਂਦੇ ਸਾਰਿਆਂ ਨੂੰ, ਪਰ ਹੁੰਦਾ ਕੀ ਇਹਦਾ ਇੱਕ ਭਾਵ ਅੱਜ ਦੇ ਵਿਚਾਰ ਦੇ ਅਨੁਸਾਰ ਇਹ ਰੱਖਦੇ ਹਾਂ ਕਿ ਜਿਹੜਾ ਬਾਕੀ ਚਲੋ ਲੋਕ ਭਰਮਦੇ ਨੇ ਉਹ ਚੀਜ਼ਾਂ ਵਿੱਚ ਦੁਖੀ ਵੀ ਹੁੰਦੇ ਨੇ, ਪਰ ਜਿਹੜਾ ਸਤਸੰਗੀ ਬੰਦਾ ਜਦੋਂ ਉਹ ਜੀਵਨ ਵਿੱਚ ਚੱਲਦਾ ਹੈ, ਜਦੋਂ ਉਹਦੇ ਜੀਵਨ ਵਿੱਚ ਉਹ ਸਾਰਾ ਕੁਝ ਬਾਕੀਆਂ ਵਾਂਗ ਵਾਪਰਦਾ, ਉਹ ਬਾਹਰੋਂ ਭਾਵੇਂ ਹੰਡਾਉਂਦਾ ਹੈ
ਪਰ ਬਾਰੀ ਵਰਤਾਰੇ ਉਹਦੇ ਅੰਦਰ ਨੂੰ ਅਸ਼ਾਂਤ ਨਹੀਂ ਹੋਣ ਦਿੰਦੇ, ਉਹਦੇ ਅੰਦਰ ਇੱਕ ਵੱਡਾ ਟਿਕਾਅ ਬਣਿਆ ਰਹਿੰਦਾ ਹੈ। ਇਹ ਸਤਸੰਗੀ, ਕਿਉਂਕਿ ਉਹ ਸੱਤ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾਣੈ ਨਾਹੀ ਕੋਇ, ਨਹੀਂ ਕੋਈ ਜਾਣਦਾ। ਅੱਗੇ ਕਹਿੰਦੇ ਕਹਿ ਜਾਣੈ ਆਪਨ ਤਨੀ, ਜਾਂ ਤਾਂ ਜਿਸ ਮਾਲਕ ਨੇ ਰਚੀ ਹੈ ਉਹੀ ਜਾਣਦਾ ਹੈ। ਕਹਿ ਦਾਸ ਦੀਵਾਨੀ ਹੋਏ, ਜਾਂ ਜਿਹੜੇ ਉਹਦੇ ਨਾਲ ਭੇਦ ਹੋ ਗਏ ਨੇ ਉਹ ਜੁੜ ਗਏ ਹਨ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਉਹਦਾ ਭਾਵ ਇਹ ਹੈ ਕਿ ਜਦੋਂ ਇਹਦੇ ਭਾਵ ਨੂੰ ਕੋਈ ਸਮਝ ਲੈਂਦਾ ਹੈ ਉਦੋਂ ਹੀ ਇਹਦੇ ਨਾਲ ਠੀਕ ਵਿਵਹਾਰ ਕਰ ਸਕਦਾ ਅਤੇ ਤਾਂ ਇਹਦੀ ਦਾਸੀ ਬਣਦੀ ਅਤੇ ਮਨੁੱਖਾਂ ਨੂੰ ਆਪਣੀ ਦਾਸੀ ਬਣਾ ਲੈਂਦੀ। ਬਾਣੀ 'ਚ ਵਾਕ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਸਾਡਾ ਕੋਈ ਨਿਸ਼ੇਧ ਨਹੀਂ ਹੈ ਮਾਇਆ ਨਾਲੋਂ, ਅਸੀਂ ਹਰ ਇੱਕ ਚੀਜ਼ ਨੂੰ ਸਾਰੀ ਪਵਿੱਤਰ ਹੈ, ਪਰ ਜਦੋਂ ਸਾਡਾ ਅਸਲ ਪਵਿੱਤਰ ਹੋਵੇ, ਜੇ ਸਾਡਾ ਮਨ, ਇਸ ਕਰਕੇ ਮਾਇਆ ਦਾ ਕੇਂਦਰ ਮਨ ਹੈ। ਜੇ ਮਨ ਦੇ ਵਿੱਚ ਗਿਆਨ ਹੈ, ਮਨ ਦੇ ਵਿੱਚ ਗੁਰੂ ਸ਼ਬਦ ਦੀ ਕਮਾਈ ਨਾਲ ਕੀਤੀ ਹੋਈ ਸ਼ੁੱਧਤਾ ਹੈ, ਤਾਂ ਮਾਇਆ ਦਾ ਪ੍ਰਭਾਵ ਕਿਸੇ ਪ੍ਰਕਾਰ ਨਹੀਂ ਪਹੁੰਚ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੈਦਾਸ ਦੀਵਾਨੀ ਹੋਏ। ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਵਾਕ ਆਉਂਦੀ ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ਼। ਕਹਿੰਦੇ ਬੜੇ ਰੂਪਾਂ ਦੇ ਵਿੱਚ ਆਈ, ਪਹਿਲੇ ਰੂਪਾਂ ਦੇ ਵਿੱਚ ਇਹਨੇ ਤਿਰਸਕਾਰ ਕੀਤਾ, ਭਾਵ ਕਿ ਬੜੇ ਰੂਪ ਮੈਂ ਭਗਤ ਕਬੀਰ ਸਾਹਿਬ ਜੀ ਦੇ ਸੰਦਰਭ 'ਚ ਹੀ ਰੱਖਦਾ, ਕਿਉਂਕਿ ਲੜੀਵਾਰ ਵਿਚਾਰ ਅਸੀਂ ਰੋਜ਼ ਕਰਦੇ ਹਾਂ, ਤਾਂ ਕਿ ਕਿਉਂਕਿ ਜੁੜੇ ਹੋਏ ਹੋ ਆਪ ਜੀ ਸੁਭਾਵਕ। ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਇਆ ਅਨੇਕਾਂ ਰੂਪ ਧਾਰ ਕੇ ਮੇਰੇ ਕੋਲੋਂ ਆਈ, ਮੈਂ ਇਹਦੇ 2-3 ਨੁਕਤੇ ਆਪਦੇ ਸਨਮੁਖ ਰੱਖਾਂ। ਕਹਿੰਦੇ ਪਹਿਲਾ ਰੂਪ ਜਦੋਂ ਪਹਿਲੀ ਦਫਾ ਮਾਲਕ ਦੀ ਬੰਦਗੀ ਕਰਨ ਦਾ ਖਿਆਲ ਉਪਜਿਆ ਅਤੇ ਮਾਇਆ ਦੇ ਇੱਕ ਰੂਪ ਨੇ ਮੈਨੂੰ ਭਰਮਾਇਆ ਕਿ ਨੀਚ ਕੁਲ ਦਾ ਬੰਦਾ ਬੰਦਗੀ ਨਹੀਂ ਕਰ ਸਕਦਾ, ਉਹਦੀ ਬੰਦਗੀ ਪ੍ਰਵਾਨ ਨਹੀਂ ਹੁੰਦੀ। ਕਹਿੰਦੇ ਮੈਂ ਇਸ ਗੱਲ ਨੂੰ ਵੀ ਛੱਡਤਾ। ਕਹਿੰਦੇ ਫਿਰ ਮੰਦਿਰ ਵਿੱਚ ਜਾਣ ਦੀ ਖਾਹਿਸ਼ ਪੈਦਾ ਹੋਈ। ਕਹਿੰਦੇ ਉੱਥੇ ਜਾ ਕੇ ਤਿਰਸਕਾਰ ਪੈਦਾ ਹੋਇਆ, ਮਾਇਆ ਦੇ ਵਿੱਚ ਗਰਸੇ ਹੋਏ ਧਰਮੀ ਲੋਕਾਂ ਨੇ ਮੇਰਾ ਤਿਰਸਕਾਰ ਕਰਨਾ ਚਾਹਿਆ। ਕਹਿੰਦੇ ਮੈਂ ਇਸ ਗੱਲ ਦੇ ਭਾਵ ਨੂੰ ਵੀ ਛੱਡ ਦਿੱਤਾ ਅਤੇ ਮੈਂ ਆਪਣੇ ਮਨ ਮੰਦਿਰ 'ਚ ਬੈਠ ਗਿਆ। ਕਹਿੰਦੇ ਫਿਰ ਇਹ ਤੋਂ ਅੱਗੇ ਕਰਨ ਤੋਂ ਬਾਅਦ ਬੜਿਆਂ ਰੂਪਾਂ ਦੇ ਵਿੱਚ ਆਈ, ਕਦੇ ਧਨ ਰੂਪ ਬਣਾ ਕੇ ਭਰਮਾਉਣ ਆਈ, ਕਦੇ ਇਸਤਰੀ ਕਿਸੇ ਨਾ ਕਿਸੇ ਢੰਗ ਨਾਲ ਭਰਮਾਉਂਦੀ ਰਹੀ, ਕਦੇ ਪਰਿਵਾਰ ਸਾਨੂੰ ਉਸ ਤਰ੍ਹਾਂ ਦੇ ਪ੍ਰਪੰਚ ਵੱਲ ਖਿੱਚਦਾ ਰਿਹਾ। ਕਹਿੰਦੇ ਪਰ ਹਰ ਦਫਾ ਬਚ ਗਏ। ਕਹਿੰਦੇ ਫਿਰ ਇੱਕ ਉਹ ਵੀ ਆਇਆ ਕਿ ਜਦੋਂ ਬੜਾ ਭਗਤੀ ਦਾ ਗਿਆਨ ਦਾ ਮੁਕਾਮ ਉੱਚਾ ਹੋ ਗਿਆ, ਸਾਰੇ ਬਨਾਰਸ ਦੇ ਵਿੱਚ ਕਬੀਰ ਕਬੀਰ ਹੋਣ ਲੱਗੀ। ਕਿਆ ਜਾਣੋ ਕਿ ਸ਼ਹਰ ਕੀਆ ਭਇਓ ਕਬੀਰ ਕਬੀਰ। ਅਤੇ ਕਹਿੰਦੇ ਜਦੋਂ ਲੋਕਾਂ ਨੇ ਕਬੀਰ ਕਬੀਰ ਕਿਹਾ ਅਤੇ ਮੈਂ ਇਹ ਸਮਝਿਆ ਕਿ ਮੈਨੂੰ ਨਹੀਂ ਕਹਿ ਰਹੇ। ਕਬੀਰ ਤੇ ਅਸਲ ਵਿੱਚ ਮਾਲਕ ਦਾ ਨਾਮ ਹੈ। ਕਬੀਰ ਦਾ ਅਰਥ ਹੁੰਦਾ ਵੱਡਾ ਬਜ਼ੁਰਗ, ਅਤੇ ਅਸਲ ਦੇ ਵਿੱਚ ਗੁਰਬਾਣੀ 'ਚ ਵਾਕ ਹੁੰਦਾ ਕਿ ਕਬੀਰ ਕਰਮ ਕਰੀਮ ਤੂੰ ਬੇਐਬ ਪਰਵਰਦਗਾਰ, ਕਿ ਮਾਲਕ ਦਾ ਨਾਮ ਕਬੀਰ ਹੈ। ਕਹਿੰਦੇ ਇਸ ਕਰਕੇ ਜਦੋਂ ਲੋਕਾਂ ਨੇ ਕਬੀਰ ਕਬੀਰ ਕਿਹਾ ਮੇਰੀ ਭਗਤੀ ਨੂੰ, ਮੇਰੇ ਗਿਆਨ ਨੂੰ ਦੇਖ ਕੇ, ਉਦੋਂ ਮੈਂ ਸਮਝਿਆ ਇਹ ਮਾਲਕ ਦੀ ਗੱਲ ਹੋ ਰਹੀ, ਮੈਂ ਆਪਣਾ ਸਮਝਿਆ ਹੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਦਾਸ ਦੀਵਾਨੀ ਹੋਏ, ਜਾਂ ਜਿਹੜੇ ਪ੍ਰਭੂ ਨਾਲ ਇੱਕ ਸੁਰ ਹੋ ਗਏ ਨੇ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਇਹਦਾ ਕੀ ਅਸਲ ਪ੍ਰਭਾਵ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਜਾਣੈ, ਮਨੁੱਖ ਕੀ ਜਾਣ ਸਕਦਾ। ਇਸ ਕਰਕੇ ਜਿਹੜਾ ਰੋਜ਼ਾਨਾ ਸ਼ਬਦ ਵਿਚਾਰ ਨਾਲ ਜੁੜਨਾ ਹੈ ਨਾ, ਉਹਦਾ ਮੈਂ ਇੱਕ ਦਿਨ ਪਹਿਲਾਂ ਵੀ ਆਪਦੇ ਸਨਮੁਖ ਅਰਜ਼ ਕੀਤਾ ਸੀ ਕਿ ਇਹਨੂੰ ਭੌਤਿਕ ਫਾਇਦੇ ਦੇ ਵਿੱਚ ਨਾ ਦੇਖਿਆ ਕਰੋ। ਅੱਜ ਸਾਡੀ ਜਿਹੜੀ ਸਿੱਖ ਅਧਿਆਤਮਿਕਤਾ ਦੀ ਇੱਕ ਸਮੱਸਿਆ ਇਹ ਬਣ ਗਈ ਹੈ ਕਿ ਅਸੀਂ ਹਰੇਕ ਚੀਜ਼ ਨੂੰ ਭੌਤਿਕ ਫਾਇਦੇ ਦੇ ਵਿੱਚ ਦੇਖ ਰਹੇ ਹਾਂ। ਉਦਾਹਰਨ ਦੇ ਤੌਰ 'ਤੇ ਮੈਂ ਇਸ ਤੋਂ ਪਹਿਲਾਂ, ਇਸ ਸੇਵਾ ਤੋਂ ਪਹਿਲਾਂ ਬੜਾ ਦਫਾ ਇਸ ਤਰ੍ਹਾਂ ਦਾ ਸਾਰੇ ਅਧਿਐਨ ਵਿੱਚ ਰਹਿਣਾ, ਪਰ ਕਦੀ ਇਸ ਗੱਲ ਦਾ ਕੋਈ ਲਾਭ ਚਿਤਵਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਡਾ ਅੰਤਰੀਵ ਗੁਰੂ ਗਿਆਨ ਕਿੰਨਾ ਸਵਾਰਦਾ, ਸਾਨੂੰ ਇਸ ਗੱਲ 'ਤੇ ਯਤਨ ਕਰਨਾ ਚਾਹੀਦਾ। ਭੌਤਿਕ ਫਾਇਦੇ ਤਾਂ ਅਸੀਂ ਜਗਤ ਵਿੱਚ ਬੜੇ ਥਾਂ ਹੀ ਭਾਲਦੇ ਹਾਂ, ਪਰ ਜਿਹੜਾ ਗੁਰ ਸ਼ਬਦ ਨਾਲ ਜੁੜ ਕੇ ਜੀਵਨ ਦਾ ਉੱਚਾ ਗਿਆਨ, ਉੱਚੀ ਅਵਸਥਾ ਦੇ ਅਨੁਭਵ ਕਮਾਉਣੇ ਨੇ, ਇਹ ਸਾਡਾ ਮੁੱਖ ਮਨੋਰਥ ਹੋਣਾ ਚਾਹੀਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿ ਜਾਣੈ ਆਪਨ ਤਨੀ। ਇਸ ਕਰਕੇ ਤਾਂ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਮਾਲਕ ਪ੍ਰਭੂ ਨਾਲ ਜੁੜੋਗੇ ਉਦੋਂ ਹੀ ਸਾਨੂੰ ਇਹਦੀ ਠੀਕ ਸੂਝ ਆਏਗੀ। ਇਸ ਕਰਕੇ ਅੱਜ ਆਪਣੇ ਇੱਕ ਜੀਵਨ ਨੂੰ ਵਾਚ ਲੈਣਾ ਚਾਹੀਦਾ ਕਿ ਮਨੁੱਖ, ਗੁਰਬਾਣੀ 'ਚ ਨਾ ਸਤਿਗੁਰੂ ਸਾਹਿਬ ਜੀ ਦੇ ਵਾਕ ਆਉਂਦੇ ਨੇ ਕਿ ਮਾਇਆ ਦੇ ਭਰਮ ਵਿੱਚ ਬੰਦਾ ਸਭ ਕੁਝ ਆਪਣਾ ਸਮਝਦਾ ਹੈ, ਪਰ ਉਹ ਇਹ ਨਹੀਂ ਸਮਝਦਾ ਕਿ ਜਿਸ ਆਤਮ ਸਰੂਪ ਕਰਕੇ ਮੇਰਾ ਸਰੀਰ ਬਣਿਆ, ਜੀਵਨ ਬਣਿਆ,
ਉਹਦੇ ਕਰਕੇ ਹੀ ਆਪਣਾ ਕਰ ਰਹੇ ਨੇ, ਜਦ ਕਿ ਦੁਨੀਆ ਦੀ ਅਸਲੀਅਤ ਹੈ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਜਿੰਨਾ ਚਿਰ ਆਤਮ ਤੇਰੇ ਅੰਦਰ ਹੈ ਉਹਨਾਂ ਚਿਰ ਤੇਰਾ ਜੀਵਨ ਹੈ, ਅਤੇ ਜੀਵਨ ਕਰਕੇ ਤੈਨੂੰ ਆਪਣਾ ਕਹਿਣਗੇ। ਜਦ ਤੇਰਾ ਜੀਵਨ ਖਤਮ ਹੋ ਗਿਆ ਤੇ ਇਹੀ ਆਪਣੇ ਦੀ ਸੁਰ ਅਲਾਪਣ ਵਾਲੇ ਬੇਗਾਨਾ। ਤੇ ਇੱਥੋਂ ਤੱਕ ਕਿ ਆਦ ਕਰੀ ਘੂ ਨਹਿ ਰਾਖੈ ਘਰ ਤੇ ਦੇਤ ਨਿਕਾਰ, ਕਾਢੋ ਕਾਢੋ ਹੋਈ। ਕਹਿੰਦੇ ਇਹ ਵੀ ਵਾਪਰੇਗਾ। ਇਸ ਕਰਕੇ ਜਿਹੜਾ ਭਰਮ ਦੇ ਵਿੱਚ ਵਾ, ਇਸ ਕਰਕੇ ਭਗਤ ਰਵਿਦਾਸ ਜੀ ਆਖਦੇ ਹਨ, ਮਾਧਵੇ ਕਿਆ ਕਹੀਐ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਸਾਰੀ ਜ਼ਿੰਦਗੀ ਇਹਦੇ ਵਿੱਚ ਚਲੀ ਗਈ ਹੈ। ਉਦਾਹਰਨ ਦੇ ਤੌਰ 'ਤੇ ਆਰੰਭ ਦੇ ਵਿੱਚ 3 ਨੁਕਤੇ ਅਰਜ਼ ਕੀਤੇ ਸਨ ਕਿ ਸੰਚਣ ਵਾਲਾ ਵੀ ਦੁਖੀ, ਥੁੜ ਵਾਲਾ ਵੀ ਦੁਖੀ, ਗਿਆਨ ਵਾਲਾ ਵੀ ਦੁਖੀ, ਅਗਿਆਨ ਵਾਲਾ ਵੀ ਦੁਖੀ। ਇਸ ਕਰਕੇ ਆਪਣੇ ਜੀਵਨ ਨੂੰ ਅਲੇਪ ਕਰਨ ਦੀ ਜਿਹੜੀ ਸੂਝ ਹੈ ਉਹ ਗੁਰੂ ਸ਼ਬਦ ਨਾਲ ਕਮਾਉਣੀ ਚਾਹੀਦੀ। ਚੀਜ਼ਾਂ ਦੇ ਵਰਤਾਰਿਆਂ ਵਿੱਚ ਰਹੋ ਪਰ ਕਮਲ ਦੀ ਨਿਆਈ। ਕਈ ਦਫਾ ਮੈਂ ਦੇਖਦਾ, ਮੈਨੂੰ ਖੁਦ ਨੂੰ ਆਪਣੀ ਅਵਸਥਾ ਯਾਦ ਨਹੀਂ ਦਿੰਦੀ ਕਿ ਕੀ ਮੇਰੇ ਕੋਲ ਹੈ। ਉਹ ਫਿਰ ਉਹਨਾਂ ਨੂੰ ਛੋਹ ਕੇ ਉਹਨਾਂ ਨੂੰ ਅੱਖਾਂ ਨਾਲ ਦੇਖ ਕੇ ਸਪਸ਼ਟ ਕਰਨਾ ਪੈਂਦਾ, ਅੱਛਾ ਮੇਰੀ ਹੈ। ਉਹ ਵੀ ਭਰਮ ਵਿੱਚ ਹੀ ਹੁੰਦੀ ਹੈ। ਉਹ ਤਾਂ ਰੱਖੀ ਦੀ ਕਿ ਚਲੋ ਵਰਤੋਂ ਵਿਹਾਰ ਚਲਾਉਣਾ ਜ਼ਿੰਦਗੀ ਦਾ। ਜੇ ਸਾਨੂੰ ਕਦੇ ਕਦੇ ਇਹ ਮਹਿਸੂਸ ਹੁੰਦਾ ਆਪਣੀ ਪ੍ਰਸਿੱਧੀ, ਆਪਣਾ ਧਨ ਪਦਾਰਥ, ਆਪਣੇ ਜੀਵਨ ਦਾ ਸਾਰਾ ਬਣਿਆ ਹੋਇਆ ਆਲਮ ਭੁੱਲ ਜਾਂਦਾ ਹੈ, ਤੇ ਇਹ ਬੜੀ ਚੰਗੀ ਗੱਲ ਹੈ। ਇਹਦਾ ਮਤਲਬ ਹੈ ਗੁਰ ਸ਼ਬਦ ਦੀ ਕਮਾਈ ਦੇ ਨਾਲ ਸਾਡਾ ਬੁੱਧ, ਸਾਡਾ ਚਿੱਤ ਇੰਨਾ ਕੁ ਵਸ਼ ਹੋ ਗਿਆ ਕਿ ਉਹ ਸੰਸਾਰ ਦੀ ਵਾਸ਼ਨਾ ਨੂੰ ਛੱਡਣ ਦੀ ਸਮਰੱਥਾ ਰੱਖਦਾ। ਅਤੇ ਇਹੀ ਸਾਡੀ ਅਧਿਆਤਮਕ ਕਮਾਈ ਹੁੰਦੀ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੈਦਾਸ ਦੀਵਾਨੀ ਹੋਏ, ਜਾਂ ਜਿਨ੍ਹਾਂ ਦੇ ਚਰਨਾਂ ਨਾਲ ਜੁੜ ਜਾਂਦੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਡੇ ਸਨਮੁਖ ਇਸ ਗਹਿਰੇ ਅਨੁਭਵ ਦੀ ਉਪਦੇਸ਼ ਰੂਪ ਅਨੁਭਵ ਸਾਡੇ ਸਨਮੁਖ ਰੱਖਦੇ ਨੇ, ਤਾਂ ਕਿ ਅਸੀਂ ਜੀਵਨ ਨੂੰ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਜੀਵੀਏ। ਜਿੱਥੇ ਆਪ ਜੀ ਗੁਰ ਸ਼ਬਦ ਵਿਚਾਰ ਦਾ ਲਾਹਾ ਮੰਨ ਰਹੇ ਹੋ, ਉੱਥੇ ਜਦ ਅਸੀਂ ਜਗਤ ਦੇ ਵਿੱਚ ਚਰਚਾ ਕਰਦੇ ਹਾਂ ਨਾ, ਦਿਨ ਕਹੀਏ ਅਤੇ ਰਾਤ ਦਾ ਜ਼ਿਕਰ ਆਪਣੇ ਆਪ ਨਾਲ ਆਉਂਦਾ ਹੈ, ਦੁੱਖ ਕਹੀਏ ਅਤੇ ਸੁੱਖ ਦਾ ਜ਼ਿਕਰ ਆਪਣੇ ਆਪ ਨਾਲ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਨਾਮ ਲੈਂਦੇ ਹਾਂ ਤਾਂ ਭਾਈ ਮਰਦਾਨਾ ਜੀ ਦਾ ਨਾਮ ਆਪਣੇ ਆਪ ਹੀ ਆਉਂਦਾ। ਤੁਸੀਂ ਨਾ ਵੀ ਕਹੋ, ਨਾ ਵੀ ਕਹਿਣ ਦਾ ਯਤਨ ਕਰੋ, ਅਤੇ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਭਾਈ ਮਰਦਾਨਾ ਜੀ ਦਾ ਨਾਮ ਆਪਣੇ ਆਪ ਹੀ ਆਉਂਦਾ। ਜਾਂ ਉਹਨਾਂ ਦੀ ਮੂਰਤ ਬਾਰੇ ਸੋਚੋ, ਗੁਰੂ ਨਾਨਕ ਸਾਹਿਬ ਜੀ ਦੀ ਬਾਰੇ, ਤਾਂ ਭਾਈ ਮਰਦਾਨਾ ਜੀ ਦਾ ਨਕਸ਼ ਆਪਣੇ ਆਪ ਸਾਡੀ ਸੁਰਤ ਅੰਦਰ ਉਤਰਦਾ ਹੈ। ਐਸੇ ਪਰਮ ਪੁਰਖ ਆਜੀਵਨ ਪਰ ਗੁਰੂ ਚਰਨਾਂ ਨੂੰ ਸਮਰਪਿਤ ਮਹਾਂ ਤਿਆਗ ਘਾਲਣਾ ਵਾਲੇ ਪਰਮ ਪੁਰਖ ਰਬਾਬੀ ਭਾਈ ਮਰਦਾਨਾ ਜੀ, ਤਿੰਨਾਂ ਦਾ ਅੱਜ ਅਕਾਲ ਚਲਾਣਾ ਦਿਵਸ ਵੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਪਰਕ ਦੇ ਵਿੱਚ ਤਲਵੰਡੀ ਦੇ ਵਿੱਚ ਰਹਿਣ ਵਾਲੇ ਸਨ। 1459 ਵਿੱਚ ਫੱਗਣ ਸੰਮਤ 1716 ਦੇ ਵਿੱਚ 1516 ਦੇ ਵਿੱਚ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਹੀ ਮੀਰ ਬਾਦਰੇ ਦੇ ਘਰ ਚੌਂਬੜ ਜਾਤ ਦੇ ਮਰਾਸੀ ਸਨ, ਉਸ ਕੁੱਲ ਵਿੱਚ ਹੋਇਆ। ਜੀਵਨ ਥੁੜਾਂ ਦੇ ਵਿੱਚ ਗੁਜ਼ਰਦਾ ਰਿਹਾ। ਆਖਰ 1487 ਦੇ ਵਿੱਚ ਇਤਿਹਾਸ ਨੇ 2 ਮਿਲਾਪ ਲਿਖੇ ਨੇ ਭਾਈ ਮਰਦਾਨਾ ਜੀ ਦੇ। ਇੱਕ ਜਦੋਂ ਗੁਰੂ ਨਾਨਕ ਸਾਹਿਬ ਮੱਝੀਆਂ ਚਰਾਉਣ ਤੋਂ ਬਾਅਦ ਰਾਏ ਬੁਲਾਰ ਦੇ ਘਰ ਪੇਸ਼ ਹੋਇਆ, ਸੱਦਿਆ ਗਿਆ, ਉੱਥੇ ਪਹਿਲੀ ਦਫਾ ਭਾਈ ਮਰਦਾਨਾ ਜੀ ਨੇ, ਭਾਈ ਵੀਰ ਸਿੰਘ ਨੇ ਇੰਝ ਹੀ ਲਿਖਿਆ ਕਿ ਪਹਿਲੀ ਦਫਾ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਦਇਆ ਨੂੰ, ਕਰੁਣਾ ਨੂੰ, ਮਾਸੂਮੀਅਤ ਨੂੰ ਅਤੇ ਉਹਨਾਂ ਦੇ ਸਹਿਜ ਰੂਪ ਨੂੰ, ਬੇਪਰਵਾਹੀ ਨੂੰ ਦੇਖਿਆ। ਅਤੇ ਉਹਨੇ ਕਿਹਾ ਕਿ ਇਹ ਬੰਦਾ ਆਮ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਬਾਰੇ ਉਸ ਦਿਨ ਤੋਂ ਗੁਰੂ ਨਾਨਕ ਦੀ ਕਸ਼ਿਸ਼ ਉਹਦੇ ਅੰਦਰ ਪੈਦਾ ਹੋ ਗਈ। ਫਿਰ 1487 ਦੇ ਵਿੱਚ ਮਈ ਦੇ ਮਹੀਨੇ ਜਿਹੜਾ ਪੱਕਾ ਮਿਲਾਪ ਹੈ ਗੁਰੂ ਨਾਨਕ ਸਾਹਿਬ ਜੀ ਨਾਲ ਹੋ ਜਾਂਦਾ ਹੈ ਭਾਈ ਮਰਦਾਨਾ ਜੀ ਦਾ, ਕਿਉਂਕਿ ਉਦੋਂ ਵਿਆਹ ਹੁੰਦਾ ਗੁਰੂ ਸਾਹਿਬ ਜੀ ਦਾ। ਉਸ ਦਿਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਥੋੜ੍ਹੇ ਸਮੇਂ ਬਾਅਦ ਸੁਲਤਾਨਪੁਰ ਲੋਧੀ ਚਲੇ ਜਾਂਦੇ ਨੇ, ਉੱਥੇ ਭਾਈ ਮਰਦਾਨਾ ਜੀ ਨੂੰ ਵੀ ਸੱਦ ਲੈਂਦੇ ਨੇ, ਅਤੇ ਉਹ ਫਿਰ ਉੱਥੇ ਸਾਰੀ ਉਹਨਾਂ ਦੇ ਨਾਲ ਸਤ ਸੰਗਤ ਦਾ ਕਰਮ ਪੂਰਾ ਕਰਦਾ। ਅਤੇ ਜਦੋਂ ਗੁਰੂ ਨਾਨਕ ਸਾਹਿਬ ਵੇਈਂ ਪ੍ਰਵੇਸ਼ ਕਰ ਗਏ, ਅਤੇ 3 ਦਿਨ ਗੁਰੂ ਨਾਨਕ ਸਾਹਿਬ ਜੀ ਦੇ ਵਸਤਰ ਸੰਭਾਲ ਕੇ ਵੇਈਂ ਦੇ ਕੰਢੇ ਖੜ੍ਹੇ ਰਹਿਣ ਵਾਲੇ ਜਿਹੜੇ ਸਨ ਉਹ ਭਾਈ ਮਰਦਾਨਾ ਜੀ ਸੀ। ਅਤੇ ਉਹ ਜਿਹੜਾ ਉੱਥੇ ਖੜ੍ਹੇ ਸਨ, ਅਤੇ ਗੁਰੂ ਨਾਨਕ ਦੇ ਆਉਣ ਦਾ ਜੇ 2 ਜਾਣਿਆਂ ਨੂੰ ਵਿਸ਼ਵਾਸ ਸੀ, ਇੱਕ ਭਾਈ ਮਰਦਾਨਾ ਜੀ, ਇੱਕ ਬੇਬੇ ਨਾਨਕੀ ਜੀ। ਐਸੇ ਜੀਵਨ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੇ ਕੇ ਨਾਲ ਤੋਰਿਆ। ਸਾਰਾ ਜੀਵਨ ਗੁਰੂ ਚਰਨਾਂ ਨਾਲ ਵਿਤਰਿਆ। ਅਤੇ ਦੇਖੋ ਗੁਰੂ ਨਾਨਕ ਅਕਾਲ ਸਰੂਪ ਨੇ, ਅਕਾਲ ਪੁਰਖ ਨੇ ਧਰਤੀ 'ਤੇ ਜਦੋਂ ਕੋਈ ਕੌਤਕ ਕਰਨਾ ਗੁਰੂ ਨਾਨਕ ਰੂਪ ਵਿੱਚ, ਉਹਦਾ ਕੇਂਦਰ ਭਾਈ ਮਰਦਾਨਾ ਜੀ ਬਣਦੇ ਨੇ। ਵਲੀ ਕੰਧਾਰੀ ਦਾ ਹੰਕਾਰ ਨਿਵਾਰਨਾ ਹੈ, ਭਾਈ ਮਰਦਾਨਾ ਜੀ ਜਾਣ ਉਹਦੀ ਪਹਾੜੀ ਉੱਪਰ ਚੜ੍ਹ ਕੇ। ਕੌਡੇ ਰਾਖਸ਼ ਦਾ ਜਿਹੜਾ ਉਹਦੀ ਦੈਂਤ ਬਿਰਤੀ ਦਾ ਨਾਸ ਕਰਨਾ ਹੈ, ਭਾਈ ਮਰਦਾਨਾ ਜੀ ਮਰਕਜ਼ ਬਣਨਾ।
ਹਮਜਾ ਗੌਂਸ ਦੀ ਮੈਲ ਉਤਾਰਨੀ ਹੈ ਭਾਈ ਮਰਦਾਨਾ ਜੀ। ਸੱਜਣ ਠੱਗ ਵਰਗੇ ਦੀ ਕਿੰਨੇ ਮਰਕਜ਼ ਨੇ, ਰਾਜੇ ਸ਼ਿਵਨਾਭ ਵਰਗੇ ਸਭ ਦਾ ਮਰਕਜ਼ ਭਾਈ ਮਰਦਾਨਾ ਜੀ ਬਣਦੇ ਨੇ। ਇਸ ਕਰਕੇ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਜਾਂ ਉਹਨਾਂ ਦੀਆਂ ਵਾਰਾਂ ਦੇ ਵਿੱਚ ਹੀ ਜਾ ਜ਼ਿਕਰ ਆਉਂਦਾ ਹੈ, ਭਲਾ ਰਬਾਬ ਵਜਾਏ ਦਾ ਮਰਦਾਨਾ ਮਜਲਸ ਮੀਰਾ ਸੀ। ਕਿ ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਗਾਇਨ ਕੀਤੀ। ਉਹ ਬਾਣੀ ਦੇ ਨਾਲ ਰਾਗ ਦਾ ਅੰਮ੍ਰਿਤ ਵਰਤਾਉਣ ਵਾਲੇ ਭਾਈ ਮਰਦਾਨਾ ਜੀ ਸਨ। ਆਜੀਵਨ ਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲੇ। ਇਸੇ ਤਰ੍ਹਾਂ 1534 ਈਸਵੀ ਦੇ ਵਿੱਚ 13 ਮੱਘਰ ਦੇ ਦਿਨ ਇਤਿਹਾਸਕਾਰਾਂ ਨੇ ਲਿਖਿਆ ਕਿ ਅਫਗਾਨਿਸਤਾਨ ਦੇ ਨੇੜੇ ਇੱਕ ਦਰਿਆ, ਕੁਰਮ ਦਰਿਆ ਦੇ ਨੇੜੇ ਭਾਈ ਮਰਦਾਨਾ ਜੀ ਦਾ ਜਿਹੜਾ ਅਕਾਲ ਚਲਾਣਾ ਹੋਇਆ। ਅਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਭਾਈ ਸਾਹਿਬ ਤੁਹਾਡੀਆਂ ਅੰਤਮ ਰਸਮਾਂ ਕਿਵੇਂ ਕੀਤੀਆਂ ਜਾਣ। ਤਾਂ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਕਿਹਾ ਕਿ ਸਤਿਗੁਰੂ, ਮੈਂ ਤੇਰੇ ਵਿੱਚ ਅਭੇਦ ਹਾਂ। ਤੇਰੇ ਵਿੱਚ ਅਭੇਦ ਹੋ ਕੇ ਮੈਂ ਆਪਣੀ ਜਾਤ, ਕੁਲ, ਧਰਮ, ਮਜ਼ਹਬ ਸਭ ਕੁਝ ਗਵਾ ਦਿੱਤਾ ਹੈ। ਹੁਣ ਜਿਵੇਂ ਤੈਨੂੰ ਠੀਕ ਲੱਗੇ ਉਵੇਂ ਮੇਰੇ ਜੀਵਨ ਨੂੰ ਤੂੰ ਸਵਾਰ ਸਕਦਾ ਹੈ। ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਨੁਸਾਰ ਉਹਨਾਂ ਦਾ ਸਾਰੀਆਂ ਜੀਵਨ ਦੀਆਂ ਰਸਮਾਂ ਨਿਭਾ ਕੇ ਉਹਨਾਂ ਦੇ ਪੁੱਤਰ, ਉਹਨਾਂ ਦਾ ਨਾਮ ਸ਼ਹਿਜ਼ਾਦਾ ਸੀ, ਉਹਨੂੰ ਨਵਾਜ਼ਿਸ਼ ਕੀਤੀ। ਅਸੀਂ ਜਿਹੜੇ ਵਾਕ ਪੜ੍ਹਦੇ ਨਾ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਇਹ ਇਹੋ ਜਿਹੇ ਗੁਰਸਿੱਖਾਂ ਲਈ ਬਣੇ ਨੇ, ਇਹ ਸਾਡੇ ਲਈ ਨਹੀਂ ਆ। ਕਈ ਵਾਰੀ ਦੇਖੀ ਦਾ ਅੰਤਮ ਅਰਦਾਸ 'ਤੇ ਇਸ ਤਰ੍ਹਾਂ ਜ਼ਿਕਰ ਚੱਲ ਪੈਂਦਾ, ਉਹ ਬੰਦਾ ਮਰਨ ਵੇਲੇ ਤੱਕ ਨਹੀਂ ਗੁਰੂ ਘਰ ਆਇਆ ਹੁੰਦਾ। ਇਸ ਕਰਕੇ ਜਿੰਨੇ ਇੰਨਾ 47 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਉਮਰ 'ਚ 10 ਸਾਲ ਵੱਡਾ ਸੀ, 9 ਸਾਲ 2 ਮਹੀਨੇ ਭਾਈ ਮਰਦਾਨਾ ਜੀ ਵੱਡੇ ਸਨ, ਪਰ 47 ਸਾਲ ਗੁਰੂ ਨਾਨਕ ਚਰਨਾਂ ਦੀ ਸੇਵਾ ਕਰਕੇ 1534 ਵਿੱਚ ਕਈਆਂ ਨੇ ਜ਼ਿਕਰ ਕਰਤਾਰਪੁਰ ਵਿਖੇ ਵੀ ਲਿਖਿਆ ਹੈ। ਜਿਸ ਭਾਵ ਦੇ ਵਿੱਚ ਵੀ ਹੋਵੇ, ਗੁਰੂ ਚਰਨਾਂ ਦੀ ਅਥੱਕ ਘਾਲ ਸੇਵਾ ਕਮਾਉਂਦਿਆਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਪਰਮ ਵਿੱਚ ਰੂਪ ਵਿੱਚ ਲੀਨ ਹੋਏ। ਉਹਨਾਂ ਦੇ ਅੱਜ ਗੁਰੂ ਨਾਨਕ ਸਾਹਿਬ ਜੀ 19 ਬਾਣੀ 19 ਰਾਗਾਂ ਵਿੱਚ ਪੜ੍ਹਦੇ ਹਾਂ। ਇਹਨਾਂ ਨੂੰ ਰਬਾਬ ਦੀ ਰਾਗ ਦੀ ਸੁਰ ਤਾਲ ਦੇਣ ਵਾਲੇ ਭਾਈ ਮਰਦਾਨਾ ਜੀ ਸਨ। ਐਸੇ ਪਰਮ ਪੁਰਖ ਦੀ, ਐਸੇ ਮਹਾਂਪੁਰਖ ਦੀ ਗੁਰਸਿੱਖੀ ਦੇ ਮਹਾਂ ਸਮਰਪਣ ਨੂੰ ਪਰਣਾਏ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੀ ਯਾਦ ਨੂੰ ਅਸੀਂ ਚਿਤਵਦਿਆਂ ਹੋਇਆਂ ਉਹਨਾਂ ਦੀ ਮਹਾਮੂਰਤ ਨੂੰ ਸਜਦਾ ਕਰ ਰਹੇ ਹਾਂ ਕਿ ਜਿਨ੍ਹਾਂ ਦਾ ਜੀਵਨ ਹੀ ਕੀਰਤਨ ਹੋ ਗਿਆ। ਸਾਡਾ ਤਾਂ ਸਮੇਂ ਦੀ ਲਿਮਟ 'ਚ ਰਹਿੰਦਾ, ਜਿਨ੍ਹਾਂ ਦਾ ਜੀਵਨ ਹੀ ਕੀਰਤਨ ਹੋ ਗਿਆ। ਐਸੇ ਪੁਰਖਾਂ ਦੀ ਯਾਦ ਨੂੰ ਸਜਦਾ ਕਰਨਾ ਸਾਡਾ ਪਰਮ ਧਰਮ ਹੈ, ਤਾਂ ਕਿ ਸਾਡਾ ਜੀਵਨ ਉਹਨਾਂ ਦੀ ਪ੍ਰੇਰਣਾ, ਉਹਨਾਂ ਦੀ ਬੰਦਗੀ ਦੇ ਕਰਮ ਨੂੰ ਪ੍ਰਣਾ ਕੇ ਆਪਣੇ ਜੀਵਨ ਦੀ ਸਫਲਤਾ ਪਾਲ ਸਕੇ। ਗੁਰੂ ਸਾਹਿਬ ਕਿਰਪਾ ਕਰਨ। ਉਹਨਾਂ ਵਰਗਾ ਤਿਆਗ, ਸਮਰਪਣ, ਪ੍ਰੇਮ ਭਾਵਨਾ ਅਤੇ ਨਿਰਛਲ ਬੁੱਧੀ। ਨਿਰਛਲ ਬੁੱਧੀ ਬੜੀ ਜ਼ਰੂਰੀ ਹੈ। ਵੱਡੇ ਅੱਜ ਜਿੰਨੇ ਆ ਤਾਂ ਬੱਚਿਆਂ ਨੂੰ ਦਬਕੇ ਹੀ ਮਾਰਦੇ ਫਿਰਦੇ ਹਨ, ਕਦੀ ਬੱਚੇ ਨੂੰ ਅੰਡਰਸਟੈਂਡ ਦਾ ਯਤਨ ਕਰਦੇ। ਅਤੇ ਭਾਈ ਮਰਦਾਨਾ ਜੀ 10 ਸਾਲ ਵੱਡੇ ਹੋ ਕੇ, ਨਿਰਛਲ ਹੋ ਕੇ ਗੁਰੂ ਨਾਨਕ ਦੀ ਆਗਿਆ ਦੇ ਵਿੱਚ ਰਹੇ। ਗੁਰੂ ਕਿਰਪਾ ਕਰੇ ਇਹ ਸਾਰੇ ਭਾਵ ਸਾਡੇ ਸਾਰਿਆਂ ਦੇ ਮਨ ਅੰਦਰ ਵਸ ਜਾਣ ਜੀ। ਪਾਵਨ ਲੜੀਵਾਰ ਸ਼ਬਦ ਵਿਚਾਰ ਦਾ ਭਾਵ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।